ਸੋਹੀ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਸ਼ੁਭ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਨ ਮੋਹਿ ਬ੍ਰਹਮੰਡ ਖੰਡ। ਇਹ ਮਾਇਆ ਦੀ ਬਾਬਤ ਦੱਸਦੇ ਨੇ ਕਿ ਇਹ ਵਾਹਿਗੁਰੂ, ਜਿਸ ਮਾਇਆ ਨੇ ਸਾਰੇ ਬ੍ਰਹਮੰਡ ਸੰਸਾਰ ਅਤੇ 9 ਖੰਡਾਂ ਦੇ ਜੀਵ ਮੋਹਿਤ ਕੀਤੇ ਹੋਏ ਹਨ। ਤਾਹੂ ਮਹ ਪਾਉ। ਉਸ ਮਾਇਆ ਦੇ ਜਾਲ ਵਿੱਚ ਮੈਂ ਵੀ ਪਿਆ ਹੋਇਆ ਹਾਂ। ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਕਹਿੰਦੇ ਛਲ ਰੂਪ ਹੈ, ਹੜ ਦੇ ਪਾਣੀ ਦੀ ਤਰ੍ਹਾਂ, ਵੇਖਣ ਨੂੰ ਕੁਝ ਹੋਰ ਹੈ ਤੇ ਪਰ ਸਥਿਰ ਨਹੀਂ ਰਹਿਣ ਵਾਲੀ। ਸਲੋਕਾਂ ਦੇ ਵਿੱਚ ਸੰਸਕ੍ਰਿਤੀ ਅੰਦਰ ਪੰਜਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ, ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਧ ਪ੍ਰਕਾਰੰ ਅਨਿਤ ਹਿਤੰ ਅਹੰ ਬੰਧੰ ਤੇ ਪਰਮੰ ਮਰਨੰ ਮਾਇਆ ਵਿਕਾਰੰ। ਇਹ ਜੋ ਮਾਇਆ ਹੈ, ਭਰਮ ਦੇ ਮੋਹ ਹੈ, ਹੰਕਾਰ ਹੈ, ਆਸਾ ਹਨ, ਧਨ ਪਦਾਰਥ ਹੈ, ਵਿਤੰਗ ਦਾ ਅਰਥ ਹੈ ਧਨ, ਅਤੇ ਚਿਤੰਗ ਦਾ ਅਰਥ ਹੈ ਚੇਤਨ ਮਾਇਆ। ਧਨ ਜੜ ਮਾਇਆ ਵਿੱਚ ਆ ਗਿਆ, ਘਰ ਪਰਿਵਾਰ ਚੇਤਨ ਮਾਇਆ ਵਿੱਚ ਆ ਗਿਆ। ਅਨਿਤ ਵਿਤੰਗ ਅਨਿਤ ਚੇਤਨ। ਅਨਿਤ ਦਾ ਮਤਲਬ ਹੈ ਨਾ ਨਿਤ ਰਹਿਣ ਵਾਲੀ, ਭਾਵ ਨਾਸ਼ਵੰਦ ਜੋ ਹੈ। ਸੋ ਇਸ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ। ਛਲ ਦਿਖਾ ਕਰਕੇ ਕਬੂਤਰਾਂ ਦੀ ਤਰ੍ਹਾਂ, ਤੋਤਿਆਂ ਦੀ ਤਰ੍ਹਾਂ, ਪੰਛੀਆਂ ਦੀ ਤਰ੍ਹਾਂ ਆਪਣੇ ਜਾਲ ਵਿੱਚ ਇੱਕ ਵਾਰ ਫਸਾ ਲੈਂਦੀ ਹੈ, ਬਾਅਦ ਦੇ ਵਿੱਚ ਛੱਡਦੀ ਨਹੀਂ ਹੈ। ਇਹਨੇ ਸਾਰੇ ਬ੍ਰਹਿਮੰਡ ਨੂੰ, ਸੰਸਾਰ ਨੂੰ ਅਤੇ 9 ਖੰਡਾਂ ਦੇ ਜੀਵਾਂ ਨੂੰ ਮੋਹਿਤ ਕੀਤਾ ਹੋਇਆ ਹੈ। ਉਸੇ ਮਾਇਆ ਦੇ ਜਾਲ ਦੇ ਵਿੱਚ ਮੈਂ ਵੀ ਫਸਿਆ ਪਿਆ ਹਾਂ। ਰਾਖ ਲਿਹੋ ਇਹੋ ਵਿਖਾਈ ਜੀਓ। ਇਹ ਵਾਹਿਗੁਰੂ ਮੇਰੇ ਇਸ ਵਿਕਾਰੀ ਜੀਵ ਨੂੰ ਰੱਖ ਲੈਣਾ ਕਰੋ। ਦੇਹੋ ਆਪਣਾ ਨਾਉ। ਅਤੇ ਆਪਣਾ ਨਾਮਦਾਨ ਕਿਰਪਾ ਕਰਕੇ ਮੈਨੂੰ ਦੇਣਾ ਕਰੋ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਜਾਤੇ ਨਾਹੀਂ ਕੋ ਸੁਖੀ। ਜਿਸ ਮਾਇਆ ਅਤੇ ਪਦਾਰਥਾਂ ਦੀ ਸੰਗਤ ਤੋਂ ਅੱਜ ਤੱਕ ਕੋਈ ਵੀ ਸੁੱਖ ਦੇ ਸਹਿਤ ਨਹੀਂ ਹੋਇਆ ਹੈ। ਤਾਕੈ ਪਾਛੈ ਜਾਉ। ਉਸ ਮਾਇਆ ਦੇ ਪਿੱਛੇ ਮੈਂ ਭੱਜ ਰਿਹਾ ਹਾਂ, ਮੈਂ ਜਾ ਰਿਹਾ ਹਾਂ। ਸੋ ਜਿਵੇਂ ਸੂਰਜ ਵੱਲ ਪਿੱਠ ਕਰਕੇ ਭੱਜੀਏ ਅਤੇ ਪਰਛਾਵਾਂ ਅੱਗੇ ਅੱਗੇ ਭੱਜਦਾ ਹੈ। ਇਹ ਜਿਹੜੀ ਮਾਇਆ ਹੈ, ਇਹ ਤਾਂ ਇੱਕ ਪਰਛਾਵੇਂ ਦੀ ਤਰ੍ਹਾਂ ਹੈ। ਸੂਰਜ ਹੈ ਗੁਰੂ ਮਹਾਰਾਜ, ਅਕਾਲ ਪੁਰਖ ਪਰਮਾਤਮਾ, ਜਿਹੜਾ ਗੁਰੂ ਜੀ ਤੋਂ ਬੇਮੁਖ ਹੋ ਕੇ, ਪ੍ਰਭੂ ਦੇ ਨਾਮ ਤੋਂ ਬੇਮੁਖ ਹੋ ਕੇ, ਮਹਾਰਾਜ ਨੂੰ ਪਿੱਠ ਵਿਖਾ ਕੇ ਮਾਇਆ ਪਿੱਛੇ ਭੱਜਦਾ ਹੈ। ਪਰਛਾਵੇਂ ਦੀ ਤਰ੍ਹਾਂ ਮਾਇਆ ਉਹਦੇ ਅੱਗੇ ਅੱਗੇ ਭੱਜੀ ਜਾਏਗੀ, ਹੱਥ ਨਹੀਂ ਆਏਗੀ। ਅਤੇ ਪਰ ਜੇ ਸੂਰਜ ਵੱਲ ਮੂੰਹ ਕਰਕੇ ਭੱਜੇਗਾ, ਮਾਇਆ ਨੂੰ ਪਿੱਠ ਦਿਖਾਏਗਾ, ਤਾਂ ਮਾਇਆ ਆਪਣੇ ਆਪ ਹੀ ਮਗਰ ਮਗਰ ਆਵੇਗੀ, ਤਰਲੇ ਮਾਰੇਗੀ ਕਿ ਮੈਨੂੰ ਧਾਰਨ ਕਰਕੇ ਸਫਲੀ ਕਰੋ।
ਕਬੀਰ ਸਾਹਿਬ ਜੀ ਦਾ ਬਚਨ ਹੈ, ਕਹੋ ਕਬੀਰ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਸੋ ਜਿੰਨਾ ਚਿਰ ਇਨਸਾਨ ਭੱਜ ਦੌੜ ਕਰਦਾ ਹੈ, ਯਤਨ ਕਰਦਾ ਹੈ, ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਯਤਨ ਮਾਇਆ ਕੇ ਕਾਮ ਨਾ ਆਏ। ਜਿਹੜੇ ਮਾਇਆ ਦੀ ਪ੍ਰਾਪਤੀ ਦੇ ਯਤਨ ਹੁੰਦੇ ਨੇ ਉਹ ਕੰਮ ਨਹੀਂ ਆਉਂਦੇ। ਖੂਹ ਪੁੱਟੋ, ਖੂਹ ਦੀ ਮਿੱਟੀ ਖੂਹ 'ਚ ਹੀ ਲੱਗਦੀ ਜਾਊਗੀ। ਹਰੇਕ ਬੰਦਾ ਆਪਣੀ ਜਗ੍ਹਾ 'ਤੇ ਦੁਖੀ ਹੈ। ਦੁਕਾਨ ਵਾਲਾ ਤਾਂ, ਹੋਰ ਕੋਈ ਵਪਾਰੀ ਆ ਉਹ ਤਾਂ, ਜਿੰਨਾ ਕਹਿੰਦੇ ਕੈਸ਼ ਆਉਂਦਾ ਉਹਨਾਂ ਕੁ ਵਿੱਚ ਸੌਦਾ ਪਾਉਣਾ ਪੈਂਦਾ, ਜੋ ਕੁਛ ਮਿਲਦਾ ਵਿੱਚ ਹੀ ਲੱਗੀ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਕੋਈ ਵੀ ਇਨਸਾਨ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਹੈ। ਕੋਈ ਵੀ ਜਿਹੜਾ ਮਰਜ਼ੀ ਕੰਮ ਕਰ ਰਿਹਾ, ਦੂਜੇ ਵੇਖਣ ਨੂੰ ਲੱਗੇਗਾ ਕਿ ਖੁਸ਼ਹਾਲ ਹੈ, ਇਹ ਪ੍ਰਸੰਨ ਹੈ, ਪਰ ਜੇ ਉਹਦਾ ਹਾਲ ਪੁੱਛੀਏ ਉਹ ਕਹੇਗਾ ਮੈਂ ਆਪਣੇ ਧੀਆਂ ਪੁੱਤਰਾਂ ਨੂੰ ਕਦੀ ਵੀ ਇਸ ਕੰਮ ਵਿੱਚ ਨਹੀਂ ਪਾਵਾਂਗਾ। ਜੇ ਕੋਈ ਫੌਜੀ ਹੈ ਉਹ ਕਹੇਗਾ ਮੇਰੀ ਜ਼ਿੰਦਗੀ ਤਾਂ ਟੱਪ ਗਈ, ਮੈਂ ਸਹੁੰ ਪਾ ਲਈ ਵੀ ਆਪਣੇ ਮੁੰਡੇ ਨੂੰ ਫੌਜੀ ਨਹੀਂ ਬਣਾਊਂਗਾ। ਇਸੇ ਤਰੀਕੇ ਨਾਲ ਕੋਈ ਵੀ ਇਨਸਾਨ ਹੈ ਉਹ ਆਪਣੇ ਕੰਮ ਤੋਂ ਦੁਖੀ ਹੈ। ਕਾਰਨ ਕੀ ਹੈ ਕਿ ਜਿੰਨੀ ਸਾਡੀ ਲੋੜ ਹੈ, ਜਿੰਨੀ ਤ੍ਰਿਸ਼ਨਾ ਅੱਗੇ ਵੱਧਦੀ ਜਾਂਦੀ ਹੈ, ਉਹਨਾਂ ਕੁਝ ਪ੍ਰਾਪਤ ਨਹੀਂ ਹੋ ਰਿਹਾ। ਤ੍ਰਿਸ਼ਨਾ ਕਿਹਦੀ ਅੱਗੇ ਤੁਰੀ ਜਾ ਰਹੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਓ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋ ਰੇ, ਪਰੈ ਪਰੈ ਹੀ ਕੋ ਲੁਜੀ ਰੇ ਲੁਜੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਕਾਰੀ, ਬੁਰਾ ਭਲਾ ਨਹੀਂ ਸੁਝੀ ਹੈ। ਕਿਉਂ ਜੜ ਮਾਇਆ ਅਰ ਚੇਤਨ ਮਾਇਆ, ਇਹਨੇ ਆਪਦੇ ਮੋਹ ਵਿੱਚ ਜੀਵਨ ਨੂੰ ਲਾ ਕੇ ਦੁਖੀ ਕੀਤਾ ਹੋਇਆ ਹੈ। ਇਹਦੇ ਤੋਂ ਅੱਜ ਤੱਕ ਕੋਈ ਵੀ ਸੁਖੀ ਨਹੀਂ ਹੈ। ਜਿਹੜਾ ਮਾਇਆ ਦੇ ਪਿੱਛੇ ਜਾ ਰਿਹਾ ਉਹ ਦੁਖੀ ਹੋਏਗਾ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਹੁਕਮ ਹੈ, ਬਟਾਊ ਸਿਉ ਜੋ ਲਾਵੇ ਨੇ ਤਾਕੋ ਹਾਥ ਨਾ ਆਵੇ ਕਿ। ਜੋ ਰਾਹਗੀਰ ਦੇ ਨਾਲ ਮੋਹ ਲਾਉਂਦਾ ਹੈ, ਉਹਦੇ ਪਿੱਛੇ ਜਾਂਦਾ ਹੈ, ਉਹਦੇ ਹੱਥ ਪੱਲੇ ਕੁਛ ਨਹੀਂ ਆਉਂਦਾ। ਉਲਟਾ ਕਈ ਵਾਰ ਇਨਸਾਨ ਦੁਖੀ ਹੁੰਦਾ ਹੈ। ਇਸ ਲਈ ਜਿਹੜਾ ਰਸਤੇ ਤੁਰਿਆ ਜਾ ਰਿਹਾ ਉਹਦੇ ਨਾਲ ਮੋਹ ਲਾ ਕੇ ਲਾਲਚ ਵਸ ਉਹਦੇ ਪਿੱਛੇ ਲੱਗਣ ਤੋਂ ਨੁਕਸਾਨ ਹੁੰਦਾ। ਕਈ ਕੋਲਡ ਡਰਿੰਕ ਪਿਆ ਕੇ, ਕਈ ਚਾਹ ਪਿਆ ਕੇ ਲੁੱਟ ਲੈਂਦੇ, ਕਈ ਕਹਿੰਦੇ ਲਓ ਲਿਫਟ ਦਿੰਦੇ ਆ, ਪਿੱਛੇ ਬਿਠਾ ਕੇ ਇਕਾਂਤ ਜਗ੍ਹਾ ਜਾ ਕੇ ਲੁੱਟ ਲੈਂਦੇ। 100 ਦੇ ਵਿੱਚੋਂ 99 ਲੜਾਈਆਂ ਕਿਸੇ ਦੇ ਮਗਰ ਭੱਜਣ ਦੇ ਨਾਲ ਹੁੰਦੀਆਂ ਨੇ। ਸਾਨੂੰ ਪਤਾ ਨਹੀਂ ਹੁੰਦਾ ਵੀ ਇਹਦੇ ਮਗਰ ਕੋਈ ਹੋਰ ਵੀ ਲੱਗਾ। ਅਗਲਾ ਕਹਿੰਦਾ ਇਹ ਤਾਂ ਵਸਤੂ ਮੇਰੀ ਹੈ, ਅਤੇ ਇਸ ਵਾਸਤੇ ਸਕੂਲਾਂ 'ਚ, ਕਾਲਜਾਂ 'ਚ, ਬੱਸ ਸਟੈਂਡਾਂ 'ਤੇ, ਪਬਲਿਕ ਪਲੇਸਾਂ 'ਤੇ ਸਭ ਜਗ੍ਹਾ ਇਹਦੇ ਪਿੱਛੇ ਲੜਾਈ ਝਗੜੇ ਹੋ ਰਹੇ ਨੇ। ਜੜ ਮਾਇਆ, ਦੂਜੀ ਚੇਤਨ ਮਾਇਆ। ਤੋ ਅਣਜਾਣ ਬੰਦੇ ਮਗਰ ਦੌੜਨ ਤੋਂ ਨੁਕਸਾਨ ਹੈ, ਦੁੱਖ ਹੈ। ਮਹਾਰਾਜ ਕਹਿੰਦੇ ਜਿਸ ਮਾਇਆ ਅਤੇ ਪਦਾਰਥਾਂ ਦੀ ਸੰਗਤ ਤੋਂ ਅੱਜ ਤੱਕ ਕੋਈ ਵੀ ਸੁੱਖ ਦੀ ਸਹਿਤ ਨਹੀਂ ਹੋਇਆ, ਉਸ ਮਾਇਆ ਦੇ ਪਿੱਛੇ ਅਸੀਂ ਦਿਨ ਰਾਤ ਭੱਜ ਰਹੇ ਹਾਂ। ਜਿਹੜੀ ਸੰਗਤ ਦੇ ਵਿੱਚ ਸੁੱਖ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ, ਭਾਈ ਰੇ ਸੁਖ ਸਾਧ ਸੰਗ ਪਾਇਆ, ਉਹਦੇ ਤੋਂ ਅਸੀਂ ਦੂਰ ਭੱਜਦੇ ਹਾਂ, ਉਹਦੇ ਨਜ਼ਦੀਕ ਜਾ ਕੇ ਰਾਜੀ ਨਹੀਂ। ਛੋੜ ਜਾਹੇ ਜੋ ਸਗਲ ਕਉ, ਜਿਹੜੀ ਮਾਇਆ ਅੰਤ ਵੇਲੇ ਸਾਰਿਆਂ ਨੂੰ ਛੱਡ ਕੇ ਚਲੀ ਜਾਂਦੀ ਹੈ, ਜਾਂ ਜਿਹੜੇ ਸਾਰੇ ਸੰਬੰਧੀ ਪਦਾਰਥਾਂ ਆਦਿਕ ਨੂੰ ਅੰਤ ਵੇਲੇ ਛੱਡ ਜਾਣਾ ਹੈ। ਫਿਰ ਫਿਰ ਲਪਟਾਓ, ਮੁੜ ਮੁੜ ਕੇ ਫਿਰ ਉਹਨਾਂ ਵਿੱਚ ਮੈਂ ਲੰਪਟ ਹੋ ਰਿਹਾ ਹਾਂ। ਕਰਹੁ ਕਿਰਪਾ ਕਰੁਣਾਪਤੇ, ਕਿਰਪਾ ਕਰਨ ਵਾਲੇ ਪਤੀ ਪਰਮੇਸ਼ਰ, ਮੇਰੇ ਦੀ ਆਪਣੀ ਕਿਰਪਾ ਮਿਹਰ ਕਰੋ। ਤੇਰੇ ਹਰ ਗੁਣ ਗਾਓ, ਤਾਂ ਜੋ ਹੇ ਹਰੀ ਮੈਂ ਤੇਰੇ ਹਰ ਪ੍ਰਕਾਰ ਦੇ ਗੁਣਾਂ ਨੂੰ ਗਾਉਣਾ ਕਰਾਂ। ਕਮਾਈ ਕਰਨ ਦਾ ਕੋਈ ਉਲਾਮਾ ਨਹੀਂ ਹੈ, ਕਮਾਈ ਕਰਨੀ ਚਾਹੀਦੀ ਹੈ, ਬੁੱਢੇ ਹੋਇਆਂ ਤੋਂ ਕੰਮ ਆਉਂਦੀ ਹੈ।
100 ਬਿਮਾਰੀਆਂ ਨੇ, ਰੱਬ ਨਾ ਕਰੇ ਕੋਈ ਮੁਸ਼ਕਲ ਆ ਜਾਏ, ਪੈਸਾ ਜਮ੍ਹਾਂ ਕੀਤਾ ਕੰਮ ਆਉਂਦਾ ਹੈ। ਕਈਆਂ ਦਾ ਸੁਭਾਅ ਹੋਊਗਾ ਮੰਗੀ ਜਾਣਗੇ, ਤੋ ਮੰਗਣ ਦੇ ਨਾਲੋਂ ਆਪ ਦੀ ਕਮਾਈ ਮੁਬਾਰਕ ਹੈ। ਕਿਰਤ ਕਰਨੀ ਕੋਈ ਉਲਾਮੇ ਵਾਲੀ ਬਾਤ ਨਹੀਂ। ਅਤੇ ਪਰ ਇੱਥੇ ਜਿਹੜੀ ਗੱਲ ਕੀਤੀ ਮਹਾਰਾਜ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਦਿਨੇ ਵੀ ਔਰ ਰਾਤ ਵੀ। ਅਤੇ ਆਪ ਦੇ ਜਿਹੜੇ ਸੋਰਸ ਹਨ ਉਹਨਾਂ ਤੋਂ ਇਲਾਵਾ ਮਨ ਦੇ ਵਿੱਚ ਲਾਲਚ ਕਰਕੇ ਕਿਸੇ ਨਾਲ ਛਲ ਕਰਨਾ, ਕਿਸੇ ਨਾਲ ਫਰੇਬ ਕਰਨਾ, ਰਿਸ਼ਵਤ, ਵੱਡੀ ਖੋਰੀ, 2 ਨੰਬਰ ਦੀ ਕਮਾਈ ਨੂੰ ਸਾਹਿਬਾਂ ਨੇ ਨਿੰਦਿਆ ਹੈ। ਔਰ ਜੋ ਪਰਮਾਤਮਾ ਨੂੰ ਭੁਲਾ ਦੇਣਾ ਹੈ ਉਹਨੂੰ ਮਾੜਾ ਆਖਿਆ ਹੈ। ਜੋ ਸਵੇਰੇ ਸ਼ਾਮ ਮਹਾਰਾਜ ਦੇ ਗੁਣ ਗਾਉਣੇ ਨੇ, ਕਥਾ ਕੀਰਤਨ ਵਿੱਚ ਜੁੜਨਾ, ਦਿਨੇ ਆਪ ਦਾ ਕਾਰੋਬਾਰ ਕਰਨਾ, ਇਹਦਾ ਕੋਈ ਉਲਾਮਾ ਨਹੀਂ ਹੈ। ਜੋ ਸੱਚੀ ਸੁੱਚੀ ਕਿਰਤ ਹੈ, ਸੋ ਜੋ ਵੀ ਕਿਸੇ ਦੀ ਆਪਣੀ ਅਪਣਾਈ ਹੋਈ ਹੈ ਉਹਦੇ ਵਿੱਚ ਸਰੀਰ ਵੀ ਤੰਦਰੁਸਤ ਰਹਿੰਦਾ, ਦਿਲ ਵੀ ਲੱਗਾ ਰਹਿੰਦਾ। ਜਿਹੜੇ ਵਿਹਲੇ ਰਹਿੰਦੇ ਨੇ ਉਹਨਾਂ ਦਾ ਮਨ ਹਮੇਸ਼ਾ ਅਸ਼ਾਂਤ ਅਤੇ ਉਚਾਟ ਰਹਿੰਦਾ ਹੈ। ਮੈਂ ਵੇਖਿਆ ਹੈ ਜੇ ਤੁਸੀਂ ਕੰਮ ਕਰੋਗੇ ਤੁਹਾਨੂੰ ਕਮਾਈ ਹੋਊਗੀ, ਨਿਤਨੇਮ 'ਚ ਵੀ ਜੀਅ ਲੱਗੂਗਾ। ਉਹ ਨਿਤਨੇਮ ਕਰਨ ਨੂੰ ਵੀ ਨਹੀਂ ਜੀਅ ਕਰਦਾ। ਸੁਖਮਨੀ ਸਾਹਿਬ ਕੌਣ ਬੜੇ ਬੰਦਾ ਸੋਚਦਾ ਰਹਿੰਦਾ ਕੀ ਬਣੇਗਾ, ਕਿਵੇਂ ਗੁਜ਼ਾਰਾ ਹੋਏਗਾ। ਜਿਹਦਾ ਖਰਚਾ ਪਾਣੀ ਵਧੀਆ ਤੁਰਿਆ ਫਿਰ ਭਗਤੀ ਵੀ ਤਾਂ ਹੀ ਹੁੰਦੀ ਆ। ਭੁੱਖੇ ਭਗਤ ਨਾ ਕੀਜੇ, ਢਿੱਡ ਭਰਿਆ ਹੋਵੇ ਮਾਲਾ ਤਾਂ ਫਿਰਦੀ ਆ। ਜੇ ਧਿਆਨ ਹੀ ਪ੍ਰਸ਼ਾਦੇ 'ਚ ਹੈ, ਪੈਸੇ 'ਚ ਹੈ, ਫਿਰ ਬੰਦਾ ਬਾਣੀ ਕੀ ਪੜ੍ਹੋ, ਨਿਤਨੇਮ ਕੀ ਕਰੋ, ਮਾਲਾ ਕੀ ਫੇਰੂਗਾ। ਇਸ ਲਈ ਸਵੇਰ ਸ਼ਾਮ ਮਹਾਰਾਜ ਦੀ ਸੰਗਤ ਅਤੇ ਦਿਨੇ ਆਪ ਦੀ ਕਿਰਤ। ਪਾਤਸ਼ਾਹ ਜੀ ਕਥਨ ਕਰਦੇ ਨੇ, ਇਹ ਮਹਾਰਾਜ ਕਿਰਪਾ ਕਰਨ ਵਾਲੇ ਪਤੀ ਪਰਮੇਸ਼ਰ ਸਾਡੇ 'ਤੇ ਆਪਣੀ ਮਿਹਰ ਕਰ, ਤਾਂ ਜੋ ਮੈਂ ਤੁਹਾਡੇ ਹਰ ਪ੍ਰਕਾਰ ਦੇ ਗੁਣਾਂ ਨੂੰ ਗਾਉਣਾ ਕਰਾਂ। ਨਾਨਕ ਕੀ ਪ੍ਰਭ ਬੇਨਤੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਸਾਡੀ ਤਾਂ ਹੇ ਪ੍ਰਮਾਤਮਾ ਤੇਰੇ ਜਨਾਂ ਦੀ, ਤੇਰੇ ਚਰਨਾਂ ਵਿੱਚ ਇਹੀ ਅਰਜ਼ੋਈ ਬੇਨਤੀ ਹੈ ਕਿ ਸਾਧ ਸੰਗ ਸਮਾਓ। ਅਸੀਂ ਤੇਰੀ ਸਾਧ ਸੰਗਤ ਵਿੱਚ ਹੀ ਸਮਾਉਣਾ, ਪਾ ਮਿਲਣਾ ਕਰੀਏ, ਜਾਂ ਸਾਧ ਸੰਗਤ ਦੁਆਰਾ ਸਾਡਾ ਮਨ ਤੇਰੇ ਵਿੱਚ ਲੀਨ ਹੋ ਜਾਵੇ ਜੀ। ਰਾਗ ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਵਿੱਚ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ। ਘਰ ਪੰਜਵਾ। 5ਵੇਂ ਘਰ ਸੁਰ ਤਾਲ ਦੇ ਵਿੱਚ ਪੜਤਾਲ। ਪੜਤਾਲ ਛੰਦ ਉਚਾਰਨ ਕਰਦੇ, ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪੜਤਾਲ ਦਾ ਮਤਲਬ ਹੈ ਜਿਸ ਵਿੱਚ 5ਵੇਂ ਤਾਲ ਪੈਣ, ਤਾਲ ਹੀ ਤਾਲ ਪਵੇ, ਉਹਨੂੰ ਪੜਤਾਲ ਕਹਿੰਦੇ ਨੇ। ਜਿਵੇਂ ਇਸ ਸ਼ਬਦ ਦੀਆਂ ਜਿੰਨੀਆਂ ਵੀ ਪੌੜੀਆਂ ਹਨ, 2 ਹੀ ਪੌੜੀਆਂ ਨੇ, ਸਮਝ ਲਓ 2 ਅੰਤਰੇ ਨੇ, ਇੱਕ ਰਹਾਉ ਹੈ। ਰਹਾਉ ਨੂੰ ਤਾਂ ਸਥਾਈ ਧਾਰਨਾ ਰੱਖ ਲਿਆ, ਅਤੇ ਬਾਕੀ ਜਿਹੜੀਆਂ 2 ਪੌੜੀਆਂ ਹਨ, ਜਿਹੜੀ ਪਹਿਲੀ ਪੌੜੀ ਹੈ ਉਹਨੂੰ ਸਮਝ ਲਓ 3 ਤਾਲ 'ਚ ਪੜ੍ਹ ਲਿਆ, ਦੂਜੀ ਨੂੰ ਦੀਪ ਚੰਦੀ 'ਚ ਪੜ੍ਹ ਲਿਆ। 3 ਤਾਲ ਦੀਆਂ 16 ਮਾਤਰਾ ਹੁੰਦੀਆਂ, ਦੀਪ ਚੰਦੀ ਦੀਆਂ 14 ਹੁੰਦੀਆਂ। ਇਸ ਤਰ੍ਹਾਂ ਹਰੇਕ ਅੰਤਰਾ 'ਚ ਜ਼ਿਆਦੀਆਂ ਪੌੜੀਆਂ ਨੇ, ਕੋਈ ਕਹਿਰਵੇ 'ਚ, ਕੋਈ ਦਾਦਰੇ 'ਚ, ਕੋਈ 3 ਤਾਲ 'ਚ, ਕੋਈ 1 ਤਾਲ 'ਚ, ਕੋਈ ਦੀਪ ਚੰਦੀ ਦੇ ਵਿੱਚ। ਇਉਂ ਵੱਖੋ ਵੱਖਰੇ ਤਾਲਾਂ ਦੇ ਵਿੱਚ ਵੱਖੋ ਵੱਖਰੇ ਅੰਤਰੇ ਗਾਉਣ ਦਾ ਨਾਮ ਪੜਤਾਲ ਹੈ। ਪੜਤਾਲ ਗਾਉਣੀ ਬੜੀ ਕਠਿਨ ਹੈ। ਇਹ ਪੜਤਾਲ ਹੈ, ਜਾਂ ਪੜਤਾਲ ਦਾ ਮਤਲਬ ਹੈ ਖੋਜ, ਜਿਸ ਵਿੱਚ ਪਰਮੇਸ਼ਰ ਦੀ ਖੋਜ ਹੋਵੇ। ਪੜਤਾਲ ਦੇ ਪਦ ਰਚਨਾ ਹੋਣ ਕਰਕੇ ਧਰੁਵਦ ਸ਼ੈਲੀ ਦੇ ਅੰਗ ਤੋਂ ਗਾਏ ਜਾਣ ਦੀ ਰੀਤ ਹੈ। ਪੜਤਾਲਾਂ ਤੋਂ ਇਹ ਸ਼ੈਲੀ ਸਪਸ਼ਟ ਵੀ ਹੋ ਜਾਂਦੀ ਹੈ। ਪੜਤਾਲ ਨੂੰ ਵੱਖ ਵੱਖ ਤਾਲਾਂ ਵਿੱਚ ਨਿਬੱਧ ਕਰਕੇ ਗਾਇਆ ਜਾਂਦਾ। ਪੁਰਾਤਨ ਕੀਰਤਨੀਆਂ ਦੇ ਵਿਚਾਰ ਅਨੁਸਾਰ ਇਸ ਨੂੰ ਵੱਖ ਵੱਖ ਗਾਇਆ ਜਾਂਦਾ ਹੈ। 5 ਤਾਲਾਂ ਵਿੱਚ ਨਿਬੱਧ ਕੀਤਾ ਜਾਣਾ ਚਾਹੀਦਾ ਹੈ।
ਕਈ ਕੀਰਤਨੀਆਂ ਵਿੱਚ ਪ੍ਰਚਲਿਤ ਇੱਕ ਸਰੋਤ ਅਨੁਸਾਰ ਇਸ ਦਾ ਆਰੰਭ 5 ਤਾਲ ਦੀ ਸਵਾਰੀ ਤੋਂ ਵੀ ਮੰਨਿਆ ਜਾਂਦਾ ਹੈ। ਜਿਵੇਂ ਪਾਤੀ ਤੋਰੈ ਮਲ ਨਹੀਂ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ, ਉਲੀ ਮਲ ਨਹੀਂ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ ਰਹਾਓ। ਉਲੀ ਮਲ ਨਹੀਂ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ ਰਹਾਓ। ਬ੍ਰਹਮ ਪਾਤੀ ਬਿਸੰਡਾਰੀ ਫੂਲ ਸ਼ੰਕਰ ਦਿਓ। ਅਤੇ ਇਉਂ ਮਹਾਰਾਜ ਨੇ ਆਖਿਆ ਹੈ ਕਿ ਜਿਹੜਾ ਪ੍ਰਤੱਖ ਫੁੱਲਾਂ ਨੂੰ ਤੋੜਦੀ ਹੈ ਕਰੇ ਕਿਸ ਕੀ ਸਿਓ। ਇਉਂ ਪੂਰੇ ਤਾਲ ਦੇ ਵਿੱਚ, ਪੂਰੇ ਵਜਨ ਦੇ ਵਿੱਚ, ਪੂਰੇ ਤਾਣ ਦੇ ਵਿੱਚ 5 ਤਾਲ ਦੀ ਸਵਾਰੀ ਤੋਂ ਪ੍ਰਾਰੰਭ ਕਰਨਾ। ਇਸ ਵਿਚਾਰ ਨਾਲ ਲਗਭਗ ਸਾਰੇ ਹੀ ਸਹਿਮਤ ਨੇ ਕਿ ਇਹਨੂੰ ਗਾਇਨ ਰੂਪ ਦੇ ਅੰਤਰਗਤ ਤਾਲਾਂ ਦੇ ਪ੍ਰਤਾਪ ਅਤੇ ਇਹਨਾਂ ਦੀ ਗਿਣਤੀ 5 ਹੋਣੀ ਚਾਹੀਦੀ ਹੈ। ਪੜਤਾਲ ਦੀ ਰਹਾਉ ਵਾਲੀ ਤੁਕ ਨੂੰ 27 ਦੇ ਰੂਪ ਦੇ ਵਿੱਚ ਕਿਸੇ ਇੱਕ ਤਾਲ ਵਿੱਚ ਨਿਬੱਧ ਕਰ ਲਿਆ ਜਾਂਦਾ। 27 ਦੇ ਗਾਇਨ ਸਮੇਂ ਇਹ ਤਾਲ ਵੀ 27 ਹੁੰਦਾ ਹੈ। ਭਾਵ 27 ਸਮੇਂ ਮੂਲ ਆਰੰਭਕ ਤਾਲ ਵਿੱਚ ਹੀ ਗਾਇਨ ਕੀਤਾ ਜਾਂਦਾ ਹੈ। ਜਿਵੇਂ 27 3 ਤਾਲ ਦੇ ਵਿੱਚ ਪਹਿਲਾਂ ਲਾ ਦਿੱਤੀ ਹੈ ਅਤੇ ਹਰੇਕ ਵਾਰ ਜਦੋਂ ਵੀ 27 ਦੇ ਆਉਣਾ ਉਦੋਂ 3 ਤਾਲ 'ਚ ਹੀ ਗਾਉਣੀ ਹੈ, ਉਹਦਾ 5ਵਾਂ ਤਾਲ ਬਣ ਜਾਂਦਾ। ਬਾਕੀ ਜਿਹੜੇ ਤਾਲ ਨੇ ਅੰਤਰੇ ਦੇ ਉਹਨੂੰ ਆਪਾਂ ਬਦਲ ਸਕਦੇ ਹਾਂ। ਅੰਤਰੇ ਦੀਆਂ ਤੁਕਾਂ ਨੂੰ ਵੱਖੋ ਵੱਖਰੇ ਤਾਲਾਂ ਨੂੰ ਗਾਉਣ ਉਪਰੰਤ ਮੁੜ 27 ਵਾਲੇ ਤਾਲ ਵੱਲ ਪਰਤਿਆ ਜਾਂਦਾ। ਇਹ ਸਾਰੀ ਪ੍ਰਕਿਰਿਆ ਦੌਰਾਨ ਪੜਤਾਲ ਦਾ ਰਾਗ ਇੱਕੋ ਹੀ ਰਹਿੰਦਾ ਹੈ। ਰਾਗ ਇੱਕੋ ਹੀ ਹੈ। ਜਿਵੇਂ ਅਸੂਹੀ ਰਾਗ ਹੈ, ਤਾਲ ਭਾਵੇਂ ਬਦਲਦੇ ਨੇ ਪਰ ਰਾਗ ਨਹੀਂ ਬਦਲਦਾ। ਜੋ ਗੁਰਬਾਣੀ 'ਚ ਗੁਰੂ ਸਾਹਿਬਾਨ ਦੁਆਰਾ ਨਿਰਧਾਰ ਕੀਤਾ ਹੋਇਆ, ਜੇ ਸੂਹੀ ਰਾਗ ਹੈ ਤਾਂ ਸੂਹੀ ਰਾਗ 'ਚ, ਜੇ ਕੋਈ ਹੋਰ ਰਾਗ ਹੈ ਤਾਂ ਉਸੇ ਰਾਗ ਦੇ ਵਿੱਚ ਹੀ ਪੜਤਾਲ ਗਾਉਣੀ। ਜਾਂ ਪੱਟ ਤਾਲ, 4 ਤਾਲ ਦਾ ਭੇਦ, ਇਸ ਤਾਲ ਦੇ ਵਿੱਚ ਗਾਏ ਜਾਣ ਵਾਲੇ ਪਦਾਂ ਦੀ ਪੜਤਾਲ ਸੰਗਿਆ ਹੈ। ਮਹਾਰਾਜ ਪੜਤਾਲ ਉਚਾਰਦੇ ਨੇ। ਇੱਕ ਓੰਕਾਰ, ਇੱਕ ਹੈ ਅਦੁੱਤੀ ਬ੍ਰਹਮ, ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪਰਮੇਸ਼ਰ ਦੀ ਹੀ ਸਭ ਪ੍ਰੀਤੀਆਂ ਦੇ ਨਾਲੋਂ ਗੁਰੀਆ ਵੱਡੀ ਪ੍ਰੀਤੀ ਹੈ। ਜਪ ਮਨ ਗੋਬਿੰਦ ਏਕੈ, ਇੱਕ ਗੋਬਿੰਦ ਪਰਮੇਸ਼ਰ ਦਾ ਨਾਮ ਹੀ ਜਪਣਾ ਕਰ। ਅਵਰ ਨਹੀਂ ਕੋ ਲੇਖੈ, ਹੋਰ ਕੋਈ ਵੀ ਕਰਮਕਾਂਡ ਕਿਸੇ ਵੀ ਲੇਖੇ ਪ੍ਰਵਾਨਗੀ ਵਿੱਚ ਨਹੀਂ ਹਨ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਸਭ ਤੋਂ ਉੱਪਰ ਨਾਮ ਕਿਉਂ ਹੈ? ਕਿਉਂਕਿ ਜਿੰਨੇ ਵੀ ਦਾਨ ਪੁੰਨ ਨੇ ਉਹ ਰਸਤੇ ਦੇ ਵਿੱਚ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ। ਜਿੰਨੇ ਵੀ ਕਰਮ ਧਰਮ ਦਾਨ ਪੁੰਨ ਕੀਤੇ ਹੋਏ ਹੁੰਦੇ ਨੇ, ਜਾਗਾਤੀ ਨਾਮ ਹੈ ਟੈਕਸ ਲੈਣ ਵਾਲੇ ਦਾ, ਜਿਹੜੇ ਮਸੂਲ ਚੁੰਗੀ ਵਾਲੇ ਹੁੰਦੇ ਨੇ, ਉਹ ਬੰਦੇ ਨੂੰ ਲੁੱਟ ਲੈਂਦੇ ਨੇ। ਗਰੀਬ ਬੰਦਾ ਮਸਾਂ ਦਾ ਆਪਣਾ ਕਾਰੋਬਾਰ ਸ਼ੁਰੂ ਕਰਦਾ, ਫਿਰ ਮਾਲ ਪਾਉਂਦਾ ਹੈ, ਦੁਕਾਨ ਦਾ ਖਰਚਾ, ਮਾਲ ਦਾ ਖਰਚਾ, ਡਰਾਈਵਰ ਦਾ ਲੋਡ ਦਾ ਖਰਚਾ, ਰਸਤੇ ਦੇ ਵਿੱਚ ਸੋ ਗੱਡੀ ਦੇ ਅਨੇਕਾਂ ਖਰਚੇ, ਅਤੇ ਫਿਰ ਚੁੰਗੀ ਵਾਲੇ ਉਹ ਲੁੱਟ ਲੈਂਦੇ ਗਾਂ, ਫਿਰ ਵੇਚ ਵੱਟ ਕੇ ਕਦੀ ਕੋਈ ਟੈਕਸ ਕਦੀ ਕੋਈ ਟੈਕਸ, ਉਹਦੇ ਪੱਲੇ ਵਿਚਾਰੇ ਦੀ ਕੁਛ ਵੀ ਨਹੀਂ ਪੈਂਦਾ। ਜੇ ਮਾੜਾ ਮੋਟਾ ਆਉਂਦਾ ਦੁਬਾਰਾ ਤੋਂ ਫਿਰ ਮਾਲ ਪਾਉਣ ਦਾ ਵੇਲਾ ਆ ਜਾਂਦਾ। ਇਸ ਵਾਸਤੇ ਸਭ ਕਾਰੋਬਾਰ ਠੱਪ ਪਏ ਨੇ। ਦੁਨੀਆ ਦੇ ਵਿੱਚ ਕਲਯੁਗ ਦਾ ਭਿਆਨਕ ਸਮਾਂ ਹੈ। ਧਾਰਮਿਕ ਵਾਲੇ ਪਾਸੇ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸੰਗਤ ਦੀ ਬਖਸ਼ਿਸ਼ ਕੀਤੀ, ਸਭ ਕੁਝ ਫਰੀ ਹੈ, ਕੋਈ ਟੈਕਸ ਨਹੀਂ। ਲੋਕ ਤਾਂ ਬਹਿਣ ਦਾ ਵੀ ਟੈਕਸ ਪੈਸੇ ਮੰਗਦੇ, ਖਲੋਣ ਦੇ ਵੀ ਮੰਗਦੇ। ਕਿਸ ਨੂੰ ਕਹੋ ਨਾ ਘੁੱਟ ਪਾਣੀ ਪਿਆ ਦੇ, ਅਗਲਾ ਕੋ 20 ਰੁਪਈਏ ਕੱਢ ਬੋਤਲ ਲੈ ਲਾ,
ਪੰਜਾਬ ਦੀ ਧਰਤੀ ਹੈ, ਵੇਖੋ ਹੈਰਾਨੀ ਦੀ ਗੱਲ ਹੈ, ਮੈਨੂੰ ਤਾਂ ਇੰਨਾ ਗੁੱਸਾ ਆਉਂਦਾ ਕਈ ਵਾਰ। 5 ਆਬ ਜਾਂ ਤਾਂ ਨਾ ਹੀ ਬਦਲ ਦਿਓ, ਕੁਝ ਹੋਰ ਹੀ ਰੱਖ ਦਿਓ, ਰਾਜਸਥਾਨ ਹੀ ਰੱਖ ਦਿਓ, ਖੰਡਰਾਤ ਹੀ ਰੱਖ ਦਿਓ, ਉਜਾੜ ਪੁਜਾੜ ਹੀ ਰੱਖ ਦਿਓ। ਜੇ ਨਾਮ ਪੰਜਾਬ ਹੈ ਅਤੇ ਪਾਣੀ 20 ਰੁਪਈਆਂ ਦਾ, ਦੱਸੋ ਕਿੰਨੀ ਹੈਰਾਨੀ ਦੀ ਗੱਲ ਹੈ। ਸਾਰੇ ਚਾਰ ਸਵੇਰੇ ਘੁੰਮ ਫਿਰ ਕੇ ਵੇਖ ਲਓ। ਇੱਕ ਵਾਰ ਮੈਂ ਭੁਲੇਖੇ ਦੇ ਨਾਲ ਪਾਰਕ ਦੇ ਵਿੱਚ ਚਲਾ ਗਿਆ, ਮਾੜੇ ਕਰਮ ਹੱਥ ਧੋਣ ਲੱਗ ਪਿਆ। ਹੁਣ ਮੈਨੂੰ ਕੀ ਪਤਾ ਸੀ ਪੇਂਡੂ ਬੰਦਿਆਂ ਨੂੰ, ਸ਼ਹਿਰੀਆਂ ਨੂੰ ਤਾਂ ਸਾਰਾ ਕੁਛ ਪਤਾ ਹੁੰਦਾ। ਆ ਚੰਡੀਗੜ੍ਹ ਦੀ ਗੱਲ ਹੈ, ਸੈਕਟਰ 35 ਉਹ ਮਾਲੀ ਭੱਜਾ ਆਇਆ, ਕਹਿੰਦੇ ਬਾਬਾ ਜੀ ਤੁਸੀਂ ਗਾਤਰਾ ਪਾਇਆ, ਆਹ ਪਾਣੀ ਸੀਵਰੇਜ ਦਾ ਜੇ, ਗੰਦਾ ਪਾਣੀ ਹੈ। ਮਤਲਬ ਇੰਨੀ ਭੁੱਖ ਵਰਤੀ ਹੋਈ ਹੈ। ਵੈਸੇ ਇਹ ਵੀ ਕੰਮ ਚੰਗਾ ਹੈ ਕਿ ਪਾਣੀ ਨੂੰ, ਗੰਦੇ ਨੂੰ ਵੀ ਵੇਸਟ ਨਹੀਂ ਜਾਣ ਦੇਣਾ। ਪਲਾਂਟਾਂ ਨੂੰ ਘਾਹ ਦੇ ਵਿੱਚ ਕੰਮ ਆਉਂਦਾ। ਕਹਿੰਦੇ ਪੀਣ ਵਾਲਾ, ਹੱਥ ਧੋਣ ਵਾਲਾ ਪਾਣੀ ਨਹੀਂ, ਇਹਨਾਂ ਹੱਥ ਨੂੰ ਸਾਬਣ ਨਾਲ ਧੋਇਓ। ਹੁਣ ਮੈਨੂੰ ਕੀ ਪਤਾ, ਵੇਖਣ ਨੂੰ ਤਾਂ ਚੰਗਾ ਪਾਣੀ ਹੈ। ਤੋ ਇਸ ਵਾਸਤੇ ਇੰਨੀ ਪਾਣੀ ਦੀ ਘਾਟ ਅਤੇ ਕਮੀ ਹੈ ਪੰਜਾਬ ਦੀ ਧਰਤੀ 'ਤੇ। ਭਾਖੜਾ ਡੈਮ ਆਖਰਾਂ ਦਾ ਪਾਣੀ ਉਛਲ ਕੇ ਕਈ ਵਾਰ ਘਰ ਬਾਰ ਢਾਹ ਸੁੱਟਦਾ। ਇੰਨੇ ਦਰਿਆ, ਇੰਨੀਆਂ ਨਦੀਆਂ, ਇੰਨਾ ਮੀਂਹ ਪੈਂਦਾ, ਪਤਾ ਨਹੀਂ ਜਾਂਦਾ ਕਿੱਥੇ। ਤੋ ਇਸ ਵਾਸਤੇ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਮਹਾਰਾਜ ਦੀ ਕਿਰਪਾ ਨਾ ਹੋਵੇ, ਗੁਰਦੁਆਰੇ ਨਾ ਹੋਣ, ਬੰਦਾ ਤਾਂ ਭੁੱਖਾ ਹੀ ਮਰ ਜੇ, ਧਿਆਇਆ ਹੀ ਮਰ ਜੇ। ਮੁਕਤਸਰ ਦੀ ਗੱਲ ਮੈਨੂੰ ਯਾਦ, ਅਤੇ ਆਪਾਂ ਬਾਲਟੀ ਫੜ ਕੇ ਗੁਰਦੁਆਰੇ ਦੇ ਨਲਕੇ ਤੋਂ ਪਾਣੀ ਲੈਣ ਜਾਣਾ। ਘਰ 'ਚ ਖੂਹੀ ਸੀਗੀ, ਉਹ ਰੱਬ ਦੀ ਵੀ ਕਰੋਪੀ, ਉਹਦਾ ਪਾਣੀ ਖਾਰਾ, ਕਿਉਂਕਿ ਆਮ ਬੰਦਾ ਬਹੁਤਾ ਡੂੰਘਾ ਬੋਰ ਕਰ ਨਹੀਂ ਸਕਦਾ। ਅਤੇ ਗੁਰੂ ਸਾਹਿਬ ਦੀ ਕਿਰਪਾ, ਸਰੋਵਰ ਦਾ ਜਲ ਭਾਵੇਂ ਨਹਿਰ ਦਾ ਆਉਂਦਾ, ਅਤੇ ਹੈਂਡ ਪੰਪ ਭਾਵੇਂ ਜਿੰਨਾ ਮਰਜ਼ੀ ਡੂੰਘਾ, ਉਹਦਾ ਪਾਣੀ ਹੈ ਖੰਡ ਵਾਂਗੂ ਘੋਲਿਆ ਹੋਇਆ ਮਿੱਠਾ। ਦਰਬਾਰ ਸਾਹਿਬ ਵੀ ਇਸੇ ਤਰ੍ਹਾਂ ਕਿਰਪਾ। ਤੋ ਅੰਮ੍ਰਿਤ ਸਰੋਵਰ ਗੁਰੂ ਮਹਾਰਾਜ ਨੇ ਬਣਾਏ, ਛਿਆਟਾ ਸਾਹਿਬ ਖੂਹ ਲਵਾਇਆ। ਸੰਗਤ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਹੈ, ਪ੍ਰਤੱਖ ਵੀ ਅੰਤਰੀ ਵੀ। ਜਿੰਨੇ ਵੀ ਕਰਮ ਧਰਮ ਹਨ, ਦਾਨ ਪੁੰਨ ਨੇ, ਇਹਦੇ 'ਚ ਮਿਹਨਤ ਜ਼ਿਆਦਾ, ਕਮਾਈ ਘੱਟ ਹੈ। ਜਿਹੜਾ ਮਜ਼ਦੂਰ ਬੰਦਾ ਹੈ ਉਹ ਸਾਰੀ ਦਿਹਾੜੀ ਕੰਮ ਕਰਕੇ ਵੀ ਆਪ ਦਾ ਗੁਜ਼ਾਰਾ ਨਹੀਂ ਕਰ ਸਕਦਾ। ਅਤੇ ਜਿਹੜਾ ਜੌਹਰੀ ਹੈ, ਸੁਨਿਆਰਾ ਹੈ, ਆੜ੍ਹਤੀਆ, ਵਪਾਰੀ ਬੰਦਾ ਹੈ, ਉਹ ਗੱਦੀ 'ਤੇ ਬੈਠਾ ਹੀ ਲੱਖਾਂ ਰੁਪਈਏ ਘੰਟਿਆਂ ਦੇ ਵਿੱਚ ਹੀ ਕਮਾ ਲੈਂਦਾ ਹੈ। ਗੁਰਦੁਆਰੇ ਦਾ ਕੰਮ, ਗੁਰੂ ਨਾਨਕ ਸਾਹਿਬ ਦੀ ਜੋਬ ਇਸ ਤਰ੍ਹਾਂ ਦੀ ਹੈ। ਜਿਹੜਾ ਦਾਨ ਕਰਨਾ ਹੈ, ਪਹਿਲੀ ਗੱਲ ਤਾਂ ਪੈਸਾ ਚਾਹੀਦਾ, ਪੁੰਨ ਕਰਨ ਵਾਸਤੇ ਬਲ ਚਾਹੀਦਾ ਹੈ। ਕੋਈ ਲੰਗਰ ਬਣਾਏਗਾ, ਪਕਾਏਗਾ, ਫਿਰ ਵਰਤਾਏਗਾ। ਇਸੇ ਤਰ੍ਹਾਂ ਤੀਰਥ ਇਸ਼ਨਾਨ ਕਰਨ ਵਾਸਤੇ ਕਿਰਾਇਆ ਭਾੜਾ ਚਾਹੀਦਾ। ਮੱਕੇ ਦਾ ਹੱਜ ਕਰਨ ਜਾਓ ਅਤੇ ਰੁਪਈਆ ਘੱਟੋ ਘੱਟ ਵੀ 8-10 ਲੱਖ ਰੁਪਈਆ ਚਾਹੀਦਾ, ਫਿਰ ਮੱਕੇ ਦਾ ਹੱਜ ਹੁੰਦਾ ਹੈ। ਗੰਗਾ ਨਹਾਉਣੀ ਵੀ ਕਿਹੜਾ ਸੌਖਾ ਹੈ। ਅਤੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਦਾਨ ਪੁੰਨ ਹਨ, ਇਹ ਸਭ ਕੋਸਟਲੀ ਨੇ। ਮਿਹਨਤੀ ਬੰਦਾ, ਅੱਜ ਜਦੋਂ ਕੁੰਭ ਦਾ ਮੇਲਾ ਲੱਗਦਾ, ਆਹ ਨਰਾਤਰੇ ਆਉਣੇ ਨੇ, ਤੁਸੀਂ ਅਖਬਾਰਾਂ 'ਚ ਖਬਰਾਂ ਪੜ੍ਹੋਗੇ, ਕਈ ਵਿਚਾਰੇ ਕਮਜ਼ੋਰ ਬਜ਼ੁਰਗ, ਬੱਚੇ, ਬੀਬੀਆਂ, ਉਹ ਭੀੜ ਦੇ ਵਿੱਚ ਹੀ ਦਰੜੇ ਜਾਂਦੇ ਨੇ, ਬੇਹੋਸ਼ ਹੋ ਕੇ ਡਿੱਗ ਪੈਂਦੇ। ਚੁੱਕਣਾ ਤਾਂ ਲੋਕਾਂ ਕੀ ਉੱਤੋਂ ਦੀ ਲੰਘ ਗਿਆ, ਉਹ ਜਿਉਂਦੇ ਨੂੰ ਹੀ ਖਤਮ ਕਰ ਦਿੰਦੇ। ਭੀੜ ਦੇ ਵਿੱਚ ਮਾੜਾ ਮੋਟਾ ਬੰਦਾ ਕਿੱਥੇ ਜਾ ਕੇ ਨਹਾ ਲਊ ਬਈ, ਨਰਾਤਿਆਂ ਦੀ ਪੂਜਾ ਕਿੱਥੇ ਕਰ ਲਏਗਾ, ਉਹ ਤਾਂ ਦਰੜਿਆ ਜਾਏਗਾ। ਇਸ ਵਾਸਤੇ ਦਾਨ ਪੁੰਨ ਕਰਨਾ, ਕਰਮ ਧਰਮ ਕਰਨੇ ਮਿਹਨਤ ਦਾ ਕੰਮ ਹੈ। ਪੁਰਾਣੇ ਰਿਸ਼ੀ ਮੁਨੀ ਧੂਣੀਆਂ ਤਾ ਕੇ ਤਪ ਕਰਦੇ। ਕੈਰਵਾਂ ਪਾਂਡਵਾਂ ਨੇ ਵੇਖੋ ਸਾਰਾ ਜ਼ੋਰ ਲਾਤਾ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਅਸਮੇਧ ਜੱਗ ਵਾਸਤੇ, ਫਿਰ ਵੀ ਕ੍ਰਿਸ਼ਨ ਭਗਵਾਨ ਦੀ ਮਦਦ ਦੇ ਨਾਲ ਉਹ ਜੱਗ ਮਸਾਂ ਸੰਪੂਰਨ ਹੋਇਆ। ਜਿਹੜਾ ਮਹਾਰਾਜ ਨੇ ਸੰਗਤ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਨਾ ਤਾਂ ਪੈਸਾ ਚਾਹੀਦਾ, ਨਾ ਸਰੀਰ ਦਾ ਬਹੁਤਾ ਬਲ ਚਾਹੀਦਾ, ਸਿਰਫ ਸਾਨੂੰ ਤੁਹਾਡੇ ਟਾਈਮ ਦੀ ਜ਼ਰੂਰਤ ਹੈ। ਟਾਈਮ ਸਿਰਫ ਦਿਓ।
ਆਪਦੀ ਜ਼ਿੰਦਗੀ ਦੇ ਕੁਝ ਪਲ ਤੁਸੀਂ ਸਾਨੂੰ ਦਿਓ। ਗੁਰਦੁਆਰੇ ਨੂੰ ਭੇਟਾ ਰੱਖੋ। ਘੜੀ, ਘੰਟਾ, 5-10 ਮਿੰਟ, ਜਿੰਨਾ ਵੀ ਤੁਹਾਡੇ ਪਾਸ ਸਮਾਂ ਹੈ, ਸਿਰਫ ਸਮਾਂ ਚਾਹੀਦਾ ਹੈ। ਅਤੇ ਪਿਆਰ ਸਤਿਕਾਰ ਨਾਲ ਕਿੰਨਾ ਸੁੱਖ ਆਰਾਮ ਜੇ ਘਰ ਦੇ ਵਿੱਚ ਵੀ ਨਹੀਂ ਜਿਹੜਾ ਮਿਲਦਾ। ਇੱਥੇ ਵੇਖੋ ਮਹਾਰਾਜ ਦੀ ਕਿਰਪਾ ਹੈ। ਮੋਟੀ ਜਿਹੀ ਉਦਾਹਰਨ ਹੈ, ਲਾਈਟ ਹੀ ਨਹੀਂ ਜਾਂਦੀ। ਘਰਾਂ ਦੇ ਵਿੱਚ ਐਸੀਆਂ ਫੈਸਿਲਿਟੀਆਂ ਕਿੱਥੇ ਹਨ ਪਿੰਡਾਂ ਦੇ ਵਿੱਚ। ਇਸ ਵਾਸਤੇ ਮੁਹਾਲੀ ਤੋਂ ਵੀ ਹੈ, ਇੱਧਰੋਂ ਸਵਾਣੇ ਤੋਂ ਵੀ ਹੈ। ਇਹ ਤੀਜੇ ਨੰਬਰ ਦੇ ਜਨਰੇਟਰ ਹੈ। ਕਿੰਨਾ ਮਹਾਰਾਜ ਨੇ ਸੁੱਖ ਆਰਾਮ ਬਖਸ਼ਿਆ ਹੈ, ਮੁੱਲ ਕੋਈ ਨਹੀਂ। ਸਿਰਫ ਟਾਈਮ ਚਾਹੀਦਾ, ਸਮਾਂ ਚਾਹੀਦਾ। ਇਸ ਵਾਸਤੇ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਨਾਮ ਸਰਬ ਸ੍ਰੇਸ਼ਟ ਹੈ। ਫਿਰ ਯਮਾਂ ਦੇ ਰਸਤੇ ਟੈਕਸ ਲੈਣ ਵਾਲੇ ਜਿਹੜੇ ਯਮਦੂਤ ਹਨ, ਉਹ ਪਾਣੀ ਦੇ ਘੁੱਟ ਬਦਲੇ, ਰੋਟੀ ਦੀ ਬੁਰਕੀ ਬਦਲੇ, ਛਾਵੇਂ ਖਿਲਾਰਨ ਬਦਲੇ ਇਨਸਾਨ ਪਾਸੋਂ ਲੁੱਟ ਲੈਂਦੇ ਨੇ ਕਿ ਫਲਾਣੇ ਟਾਈਮ ਦੇ ਜਿਹੜਾ ਪੁੰਨ ਕੀਤਾ ਸੀ ਉਹਦਾ ਫਲ ਮੈਨੂੰ ਦੇ, ਤਾਂ ਮੈਂ ਤੇਰੀ ਇੱਛਾ ਪੂਰੀ ਕਰਾਂਗਾ। ਪਰ ਜਿਹੜਾ ਨਾਮ ਜਪਿਆ ਹੋਇਆ ਉਹ ਯਮਦੂਤ ਨਹੀਂ ਖੋ ਸਕਦੇ। ਉਹ ਇਨਸਾਨ ਦੀ ਧੁਰ ਤੱਕ ਨਾਲ ਜਾਂਦਾ ਹੈ, ਆਤਮਾ ਦੇ ਉੱਪਰ ਅਗਲੇ ਜਨਮ ਤੱਕ ਵੀ ਅਸਰ ਰਹਿੰਦਾ। ਇਸ ਲਈ ਮਹਾਰਾਜ ਕਬੀਰ ਜੀ ਨੇ ਆਖਿਆ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਹੀ ਸਰਨ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਪੜੋ ਜੀ ਪੰਕਤੀ। ਜਪ ਮਨ ਗੋਬਿੰਦ ਏਕੈ, ਮੇਰਿਆ ਮਨਾ ਇੱਕ ਗੋਬਿੰਦ ਦਾ ਨਾਮ ਜਪਣਾ ਕਰੋ। ਅਵਰ ਕਾਜ ਤੇਰੇ ਕਹਤੇ ਨਾ ਖਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਅਵਰ ਨਹੀਂ ਕੋ ਲੇਖੈ, ਹੋਰ ਕਰਮ ਕਾਂਡ ਕਿਸੇ ਵੀ ਲੇਖੇ ਵਿੱਚ ਪ੍ਰਮਾਣਗੀ ਵਿੱਚ ਨਹੀਂ ਹਨ। ਸੰਤ ਲਾਗ ਮਨ ਹੈ ਛਾੜ, ਸੰਤ ਜਨਾਂ ਦੀ ਸ਼ਰਨ ਦੇ ਵਿੱਚ ਲੱਗਣਾ ਕਰ ਇਹ ਗੁਰਮੁਖ, ਜਾਂ ਸੰਤਾਂ ਵਾਂਗ ਪਰਮੇਸ਼ਰ ਦੀ ਲਗਨ ਲਾਉਣਾ ਕਰ। ਤੇ ਮਨ ਦੇ ਵਿੱਚੋਂ ਦੁਬਿਧਾ ਦਵੈਤ ਭਾਵ, ਦੁਬਿਧਾ ਕੀ ਕੁਰੀਆ, ਜਿਹੜੀ ਪਗਡੰਡੀ ਹੈ ਦੁਬਿਧਾ ਦੀ, ਇਹਨਾਂ ਨੂੰ ਛੱਡ ਦੇ। ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਤੂੰ ਗੁਰੂ ਜੀ ਦੀ ਸ਼ਰਨ ਦੇ ਵਿੱਚ ਆ। ਬਾਣੀ ਪੜ੍ਹ, ਨਾਮ ਜਪ ਰਹਾਉ। ਨਾਮ ਦੇ ਕੇ ਫਰਮਾਉਂਦੇ ਨੇ, ਨਿਰਗੁਣ ਗਹਰੀਆ, ਇਹ ਭਾਈ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਨੇ ਸਰ ਗੁਣ ਧਰੀਆ, ਆਪ ਹੀ ਮਾਇਆ ਸਬਲ ਈਸ਼ਰ ਰੂਪ ਧਾਰਨ ਕੀਤਾ ਹੋਇਆ ਹੈ। ਭਾਵ ਨਿਰਗੁਣ ਆਪ, ਸਰਗੁਣ ਵੀ ਉਹੀ। ਜਿਹੜਾ ਪਰਮਾਤਮਾ ਹੈ ਉਹ ਨਿਰਗੁਣ ਹੈ। ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ ਸਰਗੁਣ ਰੂਪ ਧਾਰਨ ਕਰਕੇ ਆਏ। ਦਸੇ ਪਾਤਸ਼ਾਹੀਆਂ ਸਰਗੁਣ ਰੂਪ ਨੇ। ਉਹ ਪਰਮਾਤਮਾ ਜੋਤੀ ਸਰੂਪ ਹੈ। ਗੁਰੂ ਸਾਹਿਬ ਜੀ ਸਰੀਰ ਲੈ ਕੇ ਆਏ। ਜੋਤ ਵਸੇ ਵਾਹਿਗੁਰੂ ਅਕਾਲ ਪੁਰਖ ਦੀ ਹੈ। ਕਨਕ ਕੋਠਰੀਆ, ਫਿਰ ਅਨੇਕਾਂ 84 ਲੱਖ ਜੂਨ ਰੂਪ ਕੋਠੜੀਆਂ ਦੇਹਾਂ। ਸੋ ਇਹ ਜਿਹੜੀਆਂ ਹਨ, ਪੈਨਾ ਪੈਨਾ ਪੈਨ ਪੈਨ ਕਰੀਆ, ਚੌਹਾਂ ਖਾਣੀਆਂ ਦੇ ਵਿੱਚ ਅੰਡਜ, ਜੀਰਜ, ਸੇਤਜ ਅਤੇ ਉਤਪੁਜ। ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ, ਜੀਰ ਤੋਂ ਪੈਦਾ ਹੋਣ ਵਾਲੇ ਪਸ਼ੂ ਅਤੇ ਮਨੁੱਖ, ਸੇਤਜ ਮੁੜਕੇ ਤੋਂ ਪੈਦਾ ਹੋਣ ਵਾਲੇ ਸੋ ਚਿੱਚੜ, ਜੂਆਂ ਇਤਿਆਦਿਕ, ਅਤੇ ਉਤਪੁਜ ਧਰਤੀ ਨੂੰ ਪਾੜ ਕੇ ਨਿਕਲਣ ਵਾਲੇ ਦਰਖਤ ਬਨਸਪਤੀ। ਇਹ ਚੌਹਾਂ ਵੱਖ ਵੱਖ ਖਾਣੀਆਂ ਦੁਆਰਾ ਵੱਖ ਵੱਖ ਵਾਹਿਗੁਰੂ ਨੇ ਇਹ ਕੋਠੜੀਆਂ ਪੈਦਾ ਕੀਤੀਆਂ ਹਨ। ਸਰੀਰਾਂ ਦੀਆਂ ਕੋਠੜੀਆਂ ਜਿਹਦੇ 'ਚ ਇਨਸਾਨ ਬੈਠਾ ਰਹਿੰਦਾ ਹੈ। ਵਿੱਚ ਮਨ ਕੋਟ ਵਰੀਆ, ਇੱਕ ਵਾਰ ਫਿਰ ਪੜੋ। ਅਨਕ ਅਨਕ ਕੋਠਰੀਆ, ਪੈਨ ਪੈਨ ਕਰ ਪੈਨ ਪੈਨ ਕਰੀਆ। ਅੰਡਜ ਖਾਣੀ ਪਿੰਨ ਵੱਖਰੀ ਹੈ, ਜੀਰਜ ਖਾਣੀ ਪਿੰਨ ਵੱਖਰੀ ਹੈ, ਸੇਤਜ ਖਾਣੀ ਪਿੰਨ ਵੱਖਰੀ,
ਤੇ ਉਤਪੁਜ ਖਾਣੀ ਵੱਖਰੀ ਪੈਦਾ ਕੀਤੀ ਹੈ। ਇਹ ਵੱਖੋ ਵੱਖ ਪੈਦਾ ਕੀਤੀਆਂ ਨੇ, ਇਹਨਾਂ 'ਚ ਜੂਨਾਂ ਵੱਖੋ ਵੱਖ ਬਣਾਈਆਂ ਨੇ। 4 ਵਾਰ ਭਿੰਨ ਸ਼ਬਦ ਆਉਣ ਕਰਕੇ ਇਸ ਪ੍ਰਕਾਰ ਵੀ ਅਰਥ ਲੱਗਦਾ ਕਿ ਉੱਤਮ, ਮੱਧਮ ਅਤੇ ਕਨਿਸ਼ਟ ਅਤੇ ਅਦਮ, ਇਹਨਾਂ 'ਚ ਮਹਾਰਾਜ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਸਰੀਰਾਂ ਦੀਆਂ ਕੋਠੜੀਆਂ ਜਾਂ ਰਜੋਗੁਣੀ, ਤਮੋਗੁਣੀ, ਸਤੋਗੁਣੀ ਅਤੇ ਕੋਈ 3 ਗੁਣਾਂ ਦੇ ਵਿੱਚ ਮਿਸ਼ਰਿਤ ਪੈਦਾ ਕੀਤਾ। ਇਸ ਪ੍ਰਕਾਰ ਵੱਖੋ ਵੱਖ ਵਾਹਿਗੁਰੂ ਜੀ ਨੇ ਰਚਨਾ ਪੈਦਾ ਕੀਤੀ ਹੈ। ਵਿੱਚ ਮਨ ਕੋਟ ਵਰੀਆ, ਇਹਨਾਂ ਸਰੀਰਾਂ ਰੂਪ ਕੋਠੜੀਆਂ ਦੇ ਵਿੱਚ ਚਿੱਤ ਨੂੰ ਕੋਤਵਾਲ, ਥਾਣੇਦਾਰ ਬਣਾਉਣਾ ਕੀਤਾ। ਜਿਸ ਤਰ੍ਹਾਂ ਰਿਮੋਟ ਹੁੰਦਾ ਹੈ, ਮਨ ਰਿਮੋਟ ਹੈ, ਇਹਦੇ ਨਾਲ ਹੀ ਸਭਨਾਂ ਨੂੰ, ਇੰਦਰੀਆਂ ਨੂੰ ਇਹ ਕੰਟਰੋਲ ਕਰਦਾ ਹੈ। ਜਿੱਧਰ ਨੂੰ ਇਹਦੀ ਮਰਜ਼ੀ ਹੁੰਦੀ ਉੱਧਰ ਨੂੰ ਲਾ ਤੁਰਦਾ ਹੈ। ਜਿਹੜਾ ਮਨ ਦੇ ਮਗਰ ਲੱਗ ਗਿਆ ਉਹ ਇਨਸਾਨ ਲੁੱਟਿਆ ਜਾਂਦਾ। ਅਤੇ ਇਸ ਵਾਸਤੇ ਗੁਰੂ ਦੇ ਸ਼ਬਦ ਦਾ ਰਿਮੋਟ ਆਪਾਂ ਨੇ ਲੈਣਾ ਹੈ। ਗੁਰੂ ਦੇ ਸ਼ਬਦ ਦੀ ਓਟ ਲੈਣੀ ਹੈ, ਸ਼ਬਦ ਦੀ ਹਦਾਇਤ ਮੁਤਾਬਕ ਚੱਲਣਾ ਹੈ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਨਿਜ ਮੰਦਰ ਪ੍ਰਿਆ। ਇਹ ਸਰੀਰ ਪਿਆਰੇ ਪਤੀ ਪਰਮੇਸ਼ਰ ਦਾ ਆਪਣਾ ਮੰਦਰ, ਰਹਿਣ ਦਾ ਘਰ ਬਣਾਇਆ ਹੋਇਆ, ਜਾਂ ਆਪਣੇ ਤੁਰਿਆ ਪਦ ਰੂਪ ਮੰਦਰ 'ਚ ਪਰਮੇਸ਼ਰ ਨਿਵਾਸ ਕਰਦਾ ਹੈ। ਤਾਹ ਆਨੰਦ ਕਰੀਆ, ਉੱਥੇ ਉਸ ਮੰਦਰ ਦੇ ਵਿੱਚ ਆਨੰਦ ਮਾਣਨਾ ਕਰਦਾ ਹੈ। ਅਤੇ ਨਹਿ ਮਰੀਆ ਨਹਿ ਜਰੀਆ, ਨਾ ਹੀ ਉਹ ਮਰਦਾ ਅਤੇ ਨਾ ਹੀ ਪ੍ਰਤੱਖ ਤ੍ਰਿਸ਼ਨਾ ਕਾਲ ਆਦਿਕ ਦੀ ਅੱਗ ਦੇ ਵਿੱਚ ਸੜਦਾ ਹੈ, ਜਾਂ ਨਾ ਹੀ ਉਹਨੂੰ ਬੁਢੇਪਾ ਆਉਂਦਾ ਹੈ। ਕੀਰਤਨ ਜੁਰੀਆ, ਜਿਸ ਤਰ੍ਹਾਂ ਸ਼ਹਿਰੀਏ, ਅਸੀਂ ਤਾਂ ਕੀਰਤਨ ਕਹਿੰਦੇ ਹਾਂ, ਸ਼ਹਿਰੀਏ ਕੀਰਤਨ ਕਹਿੰਦੇ ਨੇ। ਇੱਥੇ ਮਹਾਰਾਜ ਨੇ ਉਸ ਬੋਲੀ ਨੂੰ ਵੀ ਸਤਿਕਾਰ ਦਿੱਤਾ। ਕੱਕੇ ਨੂੰ ਸਿਹਾਰੀ ਨਾਲ ਕੀਰਤਨ ਲਿਖਿਆ ਹੈ, ਕੀਰਤਨ ਜੁਰੀਆ। ਸੋ ਐਸੇ ਸਮਰੱਥ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਜੀਵ ਮਾਇਕੀ ਕਾਰਜਾਂ ਜਾਂ ਕਰਮ ਕਾਂਡਾਂ 'ਚ ਜੁੜੇ ਨੇ, ਕੀਰਤਨ ਦਾ ਅਰਥ ਤਾਂ ਕੀਰਤੀ ਹੈ, ਮਹਾਰਾਜ ਦਾ ਜਸ ਹੈ। ਇੱਥੇ ਕੀਰਤਨ ਦਾ ਅਰਥ ਕਿਰਤ ਹੈ। ਸੋ ਜੋ ਕਾਰਜ ਆਪਾਂ ਰੋਜੀ ਰੋਟੀ ਵਾਸਤੇ ਕਰਦੇ ਹਾਂ, ਪ੍ਰਭੂ ਪਰਮਾਤਮਾ ਨੇ ਮਾਇਕੀ ਕਾਰਜ ਕਰਮ ਕਾਂਡਾਂ ਦੇ ਵਿੱਚ ਸਾਧ ਸੰਗਤ ਜੀਓ ਦੁਨੀਆ ਨੂੰ ਜੋੜਿਆ ਹੋਇਆ ਹੈ। ਜਾਂ ਦੁਨੀਆ ਮਾਇਆ ਵਿੱਚ ਖਚਿਤ ਹੋ ਕੇ ਰੱਬ ਨੂੰ ਛੱਡ ਕੇ ਕਿਰਤ ਨੂੰ ਹੀ ਕਹਿੰਦੀ ਆ ਵੀ ਇਹੀ ਧਰਮ ਹੈ। ਆ ਜਿਹੜੇ ਲਾਲ ਝੰਡੇ ਵਾਲੇ ਨੇ, ਕਾਮਰੇਡ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਦਾਤੀ ਦਾ ਉਹਨਾਂ ਦਾ ਨਿਸ਼ਾਨ ਹੁੰਦਾ। ਉਹ ਕਹਿੰਦੇ ਕਿਰਤ ਹੀ ਧਰਮ ਹੈ। ਉਹ ਰੱਬ ਨੂੰ ਨਹੀਂ ਮੰਨਦੇ। ਕਮਿਊਨਿਸਟ ਰਸ਼ੀਆ ਦੇ ਵਿੱਚ ਇਹਨਾਂ ਦਾ ਰਾਜ, ਉਹ ਧਰਮ ਨੂੰ ਨਹੀਂ ਮੰਨਦੇ, ਕਹਿੰਦੇ ਕੰਮ ਕਰੋ। ਆ ਚਾਈਨਾ ਵਾਲੇ ਵੀ ਨਾ ਤਾਂ ਮੰਦਰ ਬਣਾ ਸਕਦਾ ਕੋਈ, ਨਾ ਉੱਥੇ ਮਸੀਤ, ਨਾ ਕੋਈ ਚਰਚ ਹੈ, ਨਾ ਕੋਈ ਗੁਰਦੁਆਰਾ। ਵੈਸੇ ਜਿੱਥੇ ਸਿੱਖ ਰਹਿੰਦੇ ਉੱਥੇ ਗੁਰਦੁਆਰੇ ਤੋਂ ਬਗੈਰ ਤਾਂ ਰਹਿ ਨਹੀਂ ਸਕਦੇ। ਸਿੰਘਾਂ ਨੇ ਆਪਣਾ ਇੱਕ ਫਲੈਟ ਖਰੀਦ ਕੇ ਘਰ ਦੇ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਉੱਥੇ ਹੀ ਸੰਗਤ ਕਰਦੇ ਨੇ। ਪਰ ਚਾਈਨਾ ਵਾਲੇ ਜਗ੍ਹਾ ਨਹੀਂ ਦਿੰਦੇ ਗੁਰਦੁਆਰੇ ਨੂੰ, ਕਿਸੇ ਵੀ ਧਾਰਮਿਕ ਸਥਾਨ ਨੂੰ। ਕਹਿੰਦੇ ਧਰਮ ਤਾਂ ਬੰਦੇ ਨੂੰ ਕਮਜ਼ੋਰ ਕਰਦਾ ਹੈ, ਕੰਮ ਨਹੀਂ ਕਰਨ ਦਿੰਦਾ। ਕਹਿੰਦਾ ਵਿਹਲਾ ਬੈਠਾ ਰਹੋ, ਮਾਲਾ ਫੇਰਦੇ ਰਹੋ, ਇਹ ਵੀ ਕੋਈ ਕੰਮ ਹੈ? ਕਿਰਤ ਕਰੋ, ਕੰਮ ਕਰੋ, ਦਿਨ ਰਾਤ ਉਹ ਕੰਮ ਹੀ ਕਰਦੇ ਰਹਿੰਦੇ। ਬਸ ਇਹੀ ਕਹਿੰਦੇ ਜੀਵਨ ਹੈ, ਕਮਜ਼ੋਰ ਨਹੀਂ ਬਣਨਾ। ਇਸ ਤਰ੍ਹਾਂ ਉਹ ਲੋਕ ਨਾਸਤਿਕ ਬਿਰਤੀ ਦੇ ਹਨ। ਵੈਸੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਹਾਂਗਕਾਂਗ ਮੈਂ ਵੇਖਿਆ ਵੀ ਉੱਥੇ ਕਲਾਸ ਲੱਗਦੀ, ਇੰਗਲਿਸ਼ ਦੇ ਵਿੱਚ ਵੀ ਲਿਟਰੇਚਰ ਛਾਪ ਕੇ ਵੰਡਿਆ ਜਾਂਦਾ, ਉਹਨਾਂ ਨੂੰ ਸਮਝਾਇਆ ਵੀ ਜਾਂਦਾ। ਯੂਨੀਵਰਸਿਟੀ ਦੇ ਵਿੱਚ ਵੀ ਇੱਕ ਚੇਅਰ ਸਥਾਪਿਤ ਕੀਤੀ ਗਈ ਹੈ, ਗੁਰੂ ਘਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ ਹੈ, ਬਕਾਇਦਾ ਉੱਥੇ ਕਲਾਸ ਲਈ ਜਾਂਦੀ ਹੈ, ਉਹ 'ਚ ਸਾਰਾ ਕੁਝ ਧਰਮ ਬਾਰੇ ਸਮਝਾਇਆ ਜਾਂਦਾ, ਗੁਰੂ ਘਰ ਦੇ ਵੀ ਦਰਸ਼ਨ ਕਰਾਏ ਜਾਂਦੇ। ਤੋ ਇੰਝ ਉੱਥੇ ਤਾਂ ਸਭ ਧਰਮਾਂ ਦਾ ਸਤਿਕਾਰ ਹੈ, ਕਿਉਂਕਿ ਉੱਥੇ ਗੋਰਿਆਂ ਦਾ ਕਾਨੂੰਨ ਹੈ। ਅਤੇ ਬਾਕੀ ਉਹ ਆਪਣੇ ਦੇਸ਼ 'ਚ ਨਹੀਂ। ਆ ਡਬਈ ਵਾਲਿਆਂ ਨੂੰ ਵੀ ਬੜੇ ਤਰਲੇ ਤੁਰਲੇ ਮਾਰ ਕੇ ਜਗ੍ਹਾ ਲਈ ਹੈ। ਬੜੀ ਮੁਸ਼ਕਿਲ ਉਹ ਸ਼ੇਖ ਦੇ ਦਿਮਾਗ 'ਚ ਬਿਠਾਇਆ ਵੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਖੁਦਾ ਦਾ ਰੂਪ ਹੋਏ ਨੇ, ਜਿਨ੍ਹਾਂ ਨੇ ਕੋਈ ਭਿੰਨ ਭੇਦ ਵਿਤਕਰਾ ਨਹੀਂ ਕੀਤਾ।
ਸਰਬ ਸਾਂਝਾ ਉਪਦੇਸ਼ ਦਿੱਤਾ, ਉਹ ਡਰਦੇ ਬੜੇ ਨੇ ਵੀ ਪਤਾ ਨਹੀਂ ਸਾਨੂੰ ਹੀ ਨਾ ਚੁੱਕ ਦੇਣ, ਦੇਸ਼ 'ਤੇ ਨਾ ਕਬਜ਼ਾ ਕਰ ਲੈਣ। ਜਦੋਂ ਸ਼ੇਖ ਨੂੰ ਸਮਝ ਆ ਗਈ, ਫਾਰਸੀ ਦੇ ਵਿੱਚ ਉਹਨੂੰ ਮਹਾਰਾਜ ਦੀ ਬਾਣੀ ਪੜ੍ਹਾਈ, ਬਾਣੀ ਦੇ ਅਰਥ ਸੁਣਾਏ, ਫਿਰ ਮਹਾਰਾਜ ਦੀ ਮਰਿਆਦਾ ਦੱਸੀ। ਫਿਰ ਜਦ ਉਹਨੂੰ ਪੂਰੀ ਸਮਝ ਆ ਗਈ, ਕਹਿੰਦਾ ਵੀ ਚੁੱਕੋ, ਮੇਰੇ ਪੱਲਿਓਂ ਵੀ ਲਓ ਜਿੰਨਾ ਪੈਸਾ ਚਾਹੀਦਾ, ਜਗ੍ਹਾ ਲਓ, ਬਹੁਤ ਖੁੱਲ੍ਹੀ ਜਗ੍ਹਾ ਉਹਨਾਂ ਨੇ ਦਿੱਤੀ, ਅਤੇ ਪੈਸਾ ਵੀ ਕਹਿੰਦਾ ਜਿੰਨਾ ਮਰਜ਼ੀ ਲਓ, ਜਿੰਨੀ ਮਦਦ ਚਾਹੀਦੀ ਪ੍ਰਾਪਤ ਕਰੋ, ਪਰ ਗੁਰਦੁਆਰਾ ਇਹੋ ਜਿਹਾ ਬਣਾਓ ਵੀ ਲੋਕ ਜਹਾਜ਼ਾਂ ਦੇ ਚੜ੍ਹ ਵੇਖਣ ਆਉਣ। ਸੱਚਮੁੱਚ ਹੀ ਲੰਡਨ ਦੇ ਵਿੱਚ ਸਾਊਥ ਹਾਲ, ਉੱਥੋਂ ਦੀ ਬਿਲਡਿੰਗ ਗੁਰਸਿੱਖਾਂ ਨੇ ਬੜੀ ਕੋਸਟਲੀ ਬਣਾਈ ਪੌਂਡਾਂ ਦੇ ਵਿੱਚ, ਅਤੇ ਪਰ ਜਿਹੜਾ ਵਿਸ਼ੇਸ਼ ਉਪਰਾਲਾ ਦੁਬਈ ਦੀ ਸੰਗਤ ਨੇ ਕੀਤਾ ਉਹ ਵੀ ਸਲਾਹੁਣਯੋਗ ਹੈ। ਉਹ ਖੁਦ ਆਪ ਵੇਖਣ ਆਇਆ, ਲੰਗਰ 'ਚ ਬੈਠ ਕੇ ਪ੍ਰਸ਼ਾਦਾ ਛਕਿਆ, ਮੰਨ ਗਿਆ ਗੁਰੂ ਮਹਾਰਾਜ ਦੀ ਮਰਿਆਦਾ ਨੂੰ। ਦੁਨੀਆ ਕੰਮ ਨੂੰ ਧਰਮ ਮੰਨਦੀ ਹੈ, ਪਰ ਕੰਮ ਧਰਮ ਨਹੀਂ ਹੈ। ਜਿਹੜੀ ਕਿਰਤ ਹੈ, ਇਹ ਇਨਸਾਨ ਭੁੱਖਾ ਨਾ ਰਹੇ, ਦੂਜਿਆਂ ਨੂੰ ਵੀ ਰਜਾਵੇ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ ਦਾ ਹੁਕਮ ਦਿੱਤਾ ਹੈ, ਪਰ ਜਿਹੜੀ ਮੁਕਤੀ ਹੋਣੀ ਹੈ ਉਹ ਨਾਮ ਜਪ ਕੇ ਹੋਣੀ ਹੈ। ਗੁਰਸਿੱਖੀ ਦੇ ਮੁੱਢਲੇ ਅਸੂਲਾਂ ਦੇ ਵਿੱਚ ਕਿਰਤ ਵੀ ਅਸੂਲ, ਪਰ ਨਾਮ ਜਪਣਾ ਵਿਸ਼ੇਸ਼ ਹੈ, ਅਤੇ ਵੰਡ ਕੇ ਛਕਣਾ ਇਹ ਸਾਰਿਆਂ ਦਾ ਸਾਂਝਾ ਧਰਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਰਬ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸੰਗਤ ਦਾ ਬਹੁਤ ਗੁਣ ਹੈ। ਮਹਾਰਾਜ ਕਹਿੰਦੇ ਕਿ ਸਮਰੱਥ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਜੀਵ ਹਨ ਉਹ ਨਾਮ ਦਾ ਜਪਦੇ ਨਹੀਂ, ਸੇਵਾ ਤਾਂ ਕਰਦੇ ਨਹੀਂ, ਮਾਇਕੀ ਕੰਮਾਂ 'ਚ ਕਰਮ ਕਾਂਡਾਂ ਦੇ ਵੀ ਜੁੜੇ ਹੋਏ ਹਨ। ਬਹੁ ਬੇਦਾਂ ਫਿਰਿਆ, ਇਸ ਕਰਕੇ ਅਨੇਕ ਤਰ੍ਹਾਂ ਦੇ ਨਾਲ ਉਹ ਜੂਨਾਂ ਦੇ ਵਿੱਚ ਫਿਰਦੇ ਰਹਿੰਦੇ, ਭਟਕਦੇ ਰਹਿੰਦੇ ਹਨ। ਪਰ ਕਉ ਹਿਰਿਆ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਮਾਂ ਤਾਂ ਬਰੇ, ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਂਦੇ ਨੇ, ਪਰਾਏ ਹੱਕ ਨੂੰ ਚਰਾਉਂਦੇ ਹਨ, ਜਾਂ ਜੋ ਪਰ ਇਸਤਰੀਆਂ ਉਹਨਾਂ ਨੂੰ ਮੰਦ ਦ੍ਰਿਸ਼ਟੀ ਦੇ ਨਾਲ ਤੱਕਦੇ ਹਨ। ਵੇਖ ਨਾ ਕਿਰਿਆ, ਵਿਸ਼ਿਆਂ ਦੇ ਵਿੱਚ ਜਾਂ ਜ਼ਹਿਰੀਲੀ ਮਾਇਆ ਦੇ ਵਿੱਚ ਘਿਰੇ ਹੋਏ ਹਨ। ਅਬ ਸਾਧੂ ਸੰਗ ਪਰਿਆ, ਹੁਣ ਜੋ ਇਸ ਮਨੁੱਖਾ ਜਨਮ ਦੇ ਵਿੱਚ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਪਏ ਹਾਂ, ਹਰ ਦੁਆਰ ਖਰੀਆ, ਉਹ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗਿਆਨ ਰੂਪ ਦਰਵਾਜ਼ੇ ਵਿੱਚ ਖੜੇ ਭਾਵ ਅਸਥਿਤ ਹੋਏ ਹਨ। ਦਰਸ਼ਨ ਕਰੀਆ, ਉਹੀ ਪਰਮੇਸ਼ਰ ਦੇ ਦਰਸ਼ਨ ਦਿਦਾਰਿਆਂ ਨੂੰ ਕਰਦੇ ਨੇ। ਪੈਸਾ ਹੀ ਭਗਵਾਨ ਨਹੀਂ ਹੈ, ਭਗਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਨਾਨਕ ਗੁਰ ਮਿਰਿਆ, ਸਤਿਗੁਰੂ ਜੀ ਕਥਨ ਕਰਦੇ ਕਿਸ ਪ੍ਰਕਾਰ ਜਿਹਨੂੰ ਮੈਂ ਇਸ ਮਨੁੱਖਾ ਜਨਮ ਦੇ ਸਮੇਂ ਗੁਰੂ ਮਿਲ ਪਿਆ ਹੈ, ਬਹੁਰ ਨ ਫਿਰਿਆ, ਉਹ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਤੁਰੇ ਫਿਰਨਗੇ। ਜੋਤ ਰੂਪ ਅਰ ਆਪ ਗੁਰੂ ਨਾਨਕ ਕਹਾਇਓ, ਤਾਤੀ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਸ੍ਰੀ ਗੁਰੂ ਨਾਨਕ ਦੇਵ ਨੇ ਦੁਨੀਆ ਨੂੰ ਇੱਕੋ ਹੀ ਗੱਲ ਸਮਝਾਈ ਹੈ ਕਿ ਨਾਮ ਜਪਣਾ ਧਰਮ ਹੈ। ਇਨਸਾਨੀ ਜਮ ਨਾਮ ਜਪਣ ਨਹੀਂ ਮਿਲਿਆ, ਇਸ ਲਈ ਸੰਗਤ ਕਰੋ, ਸੇਵਾ ਕਰੋ ਤੇ ਨਾਮ ਜਪੋ। ਸੂਹੀ ਮਹੱਲਾ ਪੰਜਵਾ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋ, ਅਨਰੂਤ ਨਾਹੀ ਨਾਹੀ, ਮਤ ਭਰਮ ਬੋਲੋ ਬੋਲੋ। ਅਸ਼ਟ ਸਾਜ ਸਾਜ ਪੁਰਾਣ ਸੁਧ, ਕਰੈ ਬੇਦ ਅਭਿਆਸ, ਬੇ ਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਦੇ ਨੇ। ਰਾਸ ਮੰਡਲ ਕੀਨੋ ਆਖਾਰਾ, ਅਖਾੜਾ ਹੁੰਦਾ ਹੈ ਜਿਹਦੇ ਵਿੱਚ ਪਹਿਲਵਾਨ ਕੁਸ਼ਤੀਆਂ ਕਰਦੇ ਨੇ। ਜੋ ਇਹ ਪਰਮੇਸ਼ਰ ਨੇ ਸੰਸਾਰ ਰਚਿਆ ਹੈ, ਇੱਕ ਪਹਿਲਵਾਨਾਂ ਦੀ ਕੁਸ਼ਤੀ ਵਾਲਾ ਅਖਾੜਾ ਰਚਨਾ ਕੀਤਾ ਹੈ। ਇੱਕ ਪਾਸੇ ਗੁਰਮੁਖ ਹੈ, ਦੂਜੇ ਪਾਸੇ ਮਨਮੁਖ ਹੈ। ਗੁਰਮੁਖ ਅਤੇ ਮਨਮੁਖ ਇਹ ਪਹਿਲਵਾਨ
ਸੰਸਾਰ ਦੇ ਅਖਾੜੇ ਦੇ ਵਿੱਚ ਕੁਸ਼ਤੀ ਕਰ ਰਹੇ ਨੇ। ਦੁਨੀਆ ਇਹਨਾਂ ਨੂੰ ਦੇਖ ਰਹੀ ਹੈ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਮੈਂ ਗੁਰਾਂ ਨਾਲ ਮਿਲ ਕੇ ਉੱਚਾ ਦੁਮਾਲਾ ਬੰਨਿਆ ਹੈ। ਸੋਹਣੀ ਦਸਤਾਰ ਸਜਾਈ ਹੈ। ਦਸਤਾਰ ਨਾਲ ਇਨਸਾਨ ਵੱਡਾ ਹੁੰਦਾ ਹੈ। ਜਿਹਦੇ ਦਸਤਾਰ ਨਾ ਹੋਏ ਉਹ ਭਾਵੇਂ ਵਿਆਹਿਆ ਵੀ ਜਾਏ, ਪਟਕੀਆਂ ਜੀਆਂ ਵਾਲੇ ਉਵੇਂ ਜਾਪਦੇ ਵਿੱਚ ਤਰ੍ਹਾਂ ਨਿਆਣੇ ਹੁੰਦੇ ਨੇ। ਦਸਤਾਰ ਦਾ ਰੂਪ ਹੁੰਦਾ ਹੈ, ਵਡਿਆਈ ਹੈ ਦਸਤਾਰ ਦੀ। ਇਸ ਲਈ ਸਿੰਘ ਦਸਤਾਰ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦਾ। ਮੈਂ ਗੁਰਾਂ ਨਾਲ ਮਿਲ ਕੇ ਉੱਚਾ ਦੁਮਾਲਾ ਸਜਾਇਆ ਨਿਹੰਗਾਂ ਵਾਲਾ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀ ਆ, ਇੱਥੇ ਛਿੰਝ ਪਈ ਹੋਈ ਹੈ। ਦਈਓ ਬੈਠਾ ਵੇਖਿਆ ਆਪ ਜੀਓ। ਪ੍ਰੇਰਕ ਪਰਮਾਤਮਾ ਘੋਲਦਿਆਂ ਨੂੰ ਖੁਦ ਆਪ ਵੇਖਦਾ ਹੈ। ਬਾਤ ਵੱਜਣ ਟਮਕ ਭੇਰੀਆਂ, ਮੱਲਥੇ ਲੈਂਦੇ ਫੇਰੀਆਂ। ਅਤੇ ਇਉਂ ਛੈਣੇ ਵੱਜਦੇ ਨੇ, ਫੇਰੀਆਂ ਵੱਜਦੀਆਂ, ਪਹਿਲਵਾਨ ਫੇਰੀ ਪਾਉਂਦੇ ਨੇ, ਸਾਰੇ ਲੋਕਾਂ ਨੂੰ ਆਪਣਾ ਆਪ ਦਿਖਾਉਂਦੇ ਨੇ। ਫਿਰ ਗੁਰਮੁਖ ਅਤੇ ਮਨਮੁਖ ਘੁਲਦੇ ਹਨ। ਇਹਦੇ ਵਿੱਚ ਬਚਨ ਆਉਂਦਾ, ਮੈਂ ਥਾਪੀ ਦਿੱਤੀ ਗੁਰ ਕੰਡ ਜੀਓ। ਮਹਾਰਾਜ ਨੇ ਮੇਰੀ ਕੰਡ ਦੇ ਉੱਪਰ, ਮੇਰੀ ਪਿੱਠ ਦੇ ਉੱਪਰ ਥਾਪੜਾ ਦਿੱਤਾ, ਮੈਨੂੰ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਦੀ ਬਹੁਲਤਾ ਹੈ। ਜ਼ਰੂਰੀ ਨਹੀਂ ਵੀ ਸਰੀਰ ਭਲਵਾਨਾਂ ਵਾਲਾ ਮੋਟਾ ਤਾਜ਼ਾ ਹੋਵੇ। ਧਰਮ ਦੇ ਰਸਤੇ ਵਿੱਚ ਕਮਜ਼ੋਰ ਬੰਦੇ ਵੀ ਮੱਲਾ ਮਾਰ ਜਾਂਦੇ ਨੇ। ਸਤਿਯੁਗ ਦਾ ਸਮਾਂ ਸੀਗਾ। ਜਿਹੜੇ ਪ੍ਰਾਣ ਸਨ ਹੱਡਾਂ ਦੇ ਵਿੱਚ ਰਹਿੰਦੇ ਸਨ। ਸਰੀਰ ਭਾਵੇਂ ਤਪ ਕਰਦਿਆਂ ਖਤਮ ਹੋ ਜਾਂਦਾ, ਪਰ ਜਾਨ ਨਹੀਂ ਸੀ ਨਿਕਲਦੀ। ਤੋ ਇਸ ਤਰੀਕੇ ਦੇ ਨਾਲ ਧਰਮ ਦਾ ਬਹੁਤ ਵੱਡਾ ਗੁਣ ਹੈ। ਅਤੇ ਸਰੀਰ ਵੇਖਣ ਨੂੰ ਭਾਵੇਂ ਹੱਡੀਆਂ ਦੀ ਮੁੱਠ ਹੋਵੇ, ਭਾਵੇਂ ਪਿੰਜਰਾ ਹੋਵੇ, ਮਾਸ ਭਾਵੇਂ ਘੱਟ ਹੀ ਹੋਵੇ, ਪਰ ਜੇ ਗੁਣ ਹੋਣ, ਮਹਾਰਾਜ ਦੀ ਕਿਰਪਾ ਹੋਵੇ, ਅਤੇ ਜਿਹੜੇ ਮਨਮੁਖਤਾਈ ਵਾਲੇ ਔਗਣ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਇਹਨਾਂ ਔਗਣਾਂ ਨੂੰ, ਵਿਕਾਰਾਂ ਨੂੰ ਜਿੱਤ ਕੇ ਜਿਹੜਾ ਗੁਰਮੁਖ ਹੈ। ਸੋ ਜਿਸ ਤਰ੍ਹਾਂ ਮਲਾਰ ਦੀ ਵਾਰ ਦੇ ਵਿੱਚ ਲਿਖਿਆ ਹੈ, ਕਹਿੰਦੇ ਨੇ ਕਿ ਲੱਥੇ ਭੜਤੂ ਪਾਏ ਗੁਰਮੁਖ ਮਚਿਆ। ਜਦ ਗੁਰਮੁਖ ਮਚਿਆ ਭਾਵ ਘੁਲਦਾ ਹੈ, ਵਾਹਿਗੁਰੂ ਦੀ ਬਖਸ਼ਿਸ਼ ਮੁਤਾਬਕ ਆਪਦੇ ਬਲ ਵਿੱਚ ਆਉਂਦਾ, ਅਤੇ ਮਨਮੁਖ ਮਾਰੇ ਪਛਾੜ, ਉਹ ਮਨਮੁਖਾਂ ਨੂੰ ਪਛਾੜ ਕੇ ਪਟਕਾ ਕੇ ਮੋਢੇ ਲਾ ਦਿੰਦਾ, ਪਿੱਠ ਪਰਨੇ ਸੁੱਟ ਦਿੰਦਾ। ਇਸ ਤਰੀਕੇ ਦੇ ਨਾਲ ਜਿਹੜਾ ਧਰਮ ਹੁੰਦਾ ਉਹਦੀ ਵਾਹਿਗੁਰੂ ਸਹਾਇਤਾ ਕਰਦਾ ਹੈ। ਭੀਮ ਸੈਨ ਦਾ ਅਤੇ ਦੁਰਯੋਧਨ ਦਾ ਯੁੱਧ ਹੋਇਆ ਸੀ। ਬਲ ਦੋਨਾਂ ਦੇ ਵਿੱਚ ਕਹਿੰਦੇ ਇੱਕ ਸੀਗਾ। ਜਿੰਨਾ ਭੀਮ ਸੈਨ 'ਚ ਮਹਾਂਭਾਰਤ 'ਚ ਲਿਖਿਆ, ਕਹਿੰਦੇ ਵੀ 11 ਹਾਥੀ ਸੁੱਟਣ ਦਾ ਬਲ ਸੀਗਾ ਉਹਨਾਂ ਦੁਰਯੋਧਨ 'ਚ, ਪਰ ਜਿੱਤ ਕਿਹਦੀ ਹੋਈ? ਭੀਮ ਸੈਨ ਦੀ। ਕਿਉਂ? ਉਹਦੇ ਕੋਲ ਧਰਮ ਸੀਗਾ। ਅਤੇ ਇਸੇ ਤਰ੍ਹਾਂ ਜੋ ਕ੍ਰਿਸ਼ਨ ਮਹਾਰਾਜ ਅਤੇ ਕੰਸ ਵੇਖੋ ਕਿੰਨੇ ਬਲ ਵਾਲਾ ਸੀ। ਜਿੱਤ ਕਿਹਦੀ ਹੋਈ? ਕ੍ਰਿਸ਼ਨ ਦੀ, ਕਿਉਂਕਿ ਉਹ ਧਰਮੀ ਸੀਗਾ। ਕਿਉਂ? ਰਾਮ ਜੀ ਨੇ ਬਾਂਦਰਾਂ ਦੀ ਸੈਨਾ ਲੈ ਕੇ ਹੀ ਰਾਵਣ ਨੂੰ ਖਤਮ ਕਰ ਦਿੱਤਾ। ਰਾਵਣ ਦੇ ਕੋਲ ਕਿੰਨੀ ਫੌਜ ਸੀਗੀ? 1 ਲੱਖ ਭੂਤ, 1.25 ਲੱਖ ਨਾਤੀ, ਅਤੇ ਰਾਵਣ ਕਰ ਦੀਆ ਨਾ ਬਾਤੀ। ਅਤੇ ਦੋਵੇਂ ਭਰਾ ਨੰਗੇ ਧੜ, ਕੱਪੜੇ ਵੀ ਉਹਨਾਂ ਦੇ ਕੋਲ, ਅਤੇ ਕਛਹਿਰਾ ਪਰਨਾ ਹੀ ਸੀਗਾ, ਕੋਈ ਖਾਸ ਸਾਦੇ ਮਰਾਦੇ ਸਨ, ਕੋਈ ਸ਼ਸਤਰ ਵੀ ਨਹੀਂ, ਤੀਰ ਕਮਾਨਾਂ ਦੇ ਨਾਲ ਹੀ। ਅਤੇ ਬਾਂਦਰਾਂ ਨੂੰ ਹੀ ਲੈ ਕੇ ਵੇਖੋ ਲੰਕਾ ਦੇ ਉੱਪਰ ਕਬਜ਼ਾ ਕਰ ਲਿਆ। ਕਾਰਨ ਕੀ ਹੈ? ਕਿ ਉਹਨਾਂ ਕੋਲ ਧਰਮ ਸੀਗਾ। ਔਰ ਉਸ ਤੋਂ ਬਾਅਦ ਰਾਮ ਅਤੇ ਲਛਮਣ ਜੀ ਨੂੰ ਮੁਰਸ਼ਿਦ ਕਰ ਦਿੱਤਾ ਨਿੱਕੇ ਨਿੱਕੇ ਨਿਆਣਿਆਂ ਨੇ। ਬੱਚਿਆਂ ਦਾ ਕੀ ਜ਼ੋਰ ਹੁੰਦਾ? ਜਿਹੜਾ ਮਰਜ਼ੀ ਡਰਾ ਧਮਕਾ ਕੇ ਜੋ ਮਰਜ਼ੀ ਕਰਾ ਲੇ। ਪਰ ਲੱਭ ਅਤੇ ਕੁਸ਼ ਦੀ ਜਿੱਤ ਕਿਉਂ ਹੋਈ? ਕਿਉਂਕਿ ਉਹ ਜਤੀ ਸਤੀ ਮਹਾਂਪੁਰਖ ਸੀਗੇ। ਵਾਲਮੀਕ ਦੇ ਆਸ਼ਰਮ 'ਤੇ ਪਲੇ, ਉਹਨਾਂ ਨੂੰ ਉਹਨਾਂ ਦੀ ਮਾਂ ਨੇ ਧਰਮ ਸਿਖਾਇਆ ਸੀਗਾ। ਜਤੀ ਸਤੀ ਸੀਗੇ। ਜੱਟ ਸੱਤ ਦਾ ਵੀ ਬੜਾ ਵੱਡਾ ਬਲ ਹੁੰਦਾ। ਕਿਉਂ? ਸਿੰਘ ਜੱਟ ਸੱਤ ਦੇ ਬਲ ਦੇ ਨਾਲ ਹੀ ਤੁਰਕਾਂ ਨੂੰ ਜਿੱਤਦੇ ਰਹੇ। ਬੰਦੇ ਬਹਾਦਰ ਨੇ ਵੇਖੋ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਕੇ ਉੱਥੇ ਖਾਲਸਾ ਹੀ ਨਿਸ਼ਾਨ ਸਾਹਿਬ ਚਲਾਇਆ। ਸਭ ਤੋਂ ਪਹਿਲਾਂ ਖਾਲਸੇ ਦਾ ਰਾਜਾ ਮੰਦਾ ਸਿੰਘ ਬਹਾਦਰ ਹੋਇਆ, ਜਿਹਨੇ ਪੰਜਾਬ ਦੀ ਧਰਤੀ 'ਤੇ
ਖਾਲਸਾ ਰਾਜ ਕਾਇਮ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਪਾਸੇ 40 ਸੂਰਮੇ, ਦੂਜੇ ਪਾਸੇ 20 ਲੱਖ ਫੌਜ ਹੈ। ਜਿੱਤ ਕਿਹਦੀ ਹੋਈ? ਧਰਮੀ ਬੰਦੇ ਦੀ। ਭਾਈ ਮਲਿਆਗਰ ਸਿੰਘ ਬਾਰੇ ਸ਼ਾਇਦ ਇਹ ਸਾਖੀ ਹੈ ਕਿ ਉਹਨੇ ਨਿਸ਼ਾਨ ਸਾਹਿਬ ਫੜਿਆ ਹੋਇਆ, ਚਮਕੌਰ ਦੇ ਯੁੱਧ ਦੀ ਵਾਰਤਾ ਹੈ। ਜਦੋਂ 5 ਸਿੰਘ ਗੜੀ ਦੇ ਵਿੱਚੋਂ ਗੁਰੂ ਸਾਹਿਬ ਜੀ ਕੱਢਦੇ ਸਨ, ਇੱਕ ਉਹਨਾਂ ਦਾ ਨਿਸ਼ਾਨ 'ਚ ਹੀ ਹੁੰਦਾ ਸੀਗਾ, ਜਿਹੜਾ ਮੂਹਰੇ ਘੋੜੇ ਦੇ ਨਿਸ਼ਾਨ ਫੜ ਕੇ ਜਾਂਦਾ, ਅਤੇ ਸਿੰਘ ਜੂਝ ਕੇ ਸ਼ਹੀਦੀਆਂ ਪਾਉਂਦੇ, ਫਿਰ ਦੂਜਾ ਜਥਾ ਨਿਕਲਦਾ। ਭਾਈ ਸਾਹਿਬ ਨੇ ਨਿਸ਼ਾਨ ਫੜਿਆ ਹੋਇਆ, ਤੁਰ ਕਹਿੰਦੇ 4 ਸਿੰਘਾਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ, ਇਕੱਲਾ ਨਿਸ਼ਾਨ ਜੀ ਰਹਿ ਗਿਆ। ਕਹਿੰਦੇ ਸੁੱਟ ਦਿਓ ਨਿਸ਼ਾਨ ਸਾਹਿਬ। ਕਹਿੰਦਾ ਕਿਉਂ? ਇਹ ਨਿਸ਼ਾਨ ਗੁਰੂ ਗੋਬਿੰਦ ਸਿੰਘ ਦਾ ਹੈ ਔਰ ਮੇਰੀ ਡਿਊਟੀ ਇਹਨੂੰ ਖੜਾ ਰੱਖਣਾ ਹੈ। ਕਹਿੰਦੇ ਖੜਾ ਰੱਖਣਾ? ਤੈਨੂੰ ਪਤਾ ਨਹੀਂ ਇੰਨੀ ਫੌਜ ਹੈ? ਜੇ ਜਾਣ ਚਾਹੁੰਦਾ ਤੇ ਸੁੱਟ ਦੇ। ਕਹਿੰਦਾ ਜਾਣਦਾ ਉਸ ਤਰ੍ਹਾਂ ਵੀ ਜਾਣੀ ਹੈ, ਨਿਸ਼ਾਨ ਨਹੀਂ ਸੁੱਟੂਗਾ। ਕਹਿੰਦੇ ਤੇਰੀਆਂ ਬਾਹਾਂ ਵੱਢ ਦਿਆਂਗੇ, ਫਿਰ ਕਿਵੇਂ ਖੜਾ ਰੱਖੇਗਾ? ਕਹਿੰਦੇ ਨਿਸ਼ਾਨ ਸਾਹਿਬ ਨੂੰ ਪੈਰ ਨਹੀਂ ਲਾਉਣੀਦਾ, ਪਾਪ ਹੈ ਪੈਰ ਲਾਉਣਾ। ਮਹਾਰਾਜ ਦੀ ਕਿਸੇ ਵੀ ਵਸਤੂ ਨੂੰ ਪੈਰ ਲਾਉਣਾ ਪਾਪ ਹੈ, ਪਰ ਜਿਹੜਾ ਚੋਲਾ ਚੜਾਉਂਦਾ ਹੈ ਉਹ ਵੇਖੋ ਪੈਰ ਲੈ ਕੇ ਤਾਂ ਉਹਨੂੰ ਚੜ੍ਹਦਾ ਪੀਂਘ ਪਾ ਕੇ, ਪਰ ਉਹਦੇ ਮਨ ਦੇ ਵਿੱਚ ਸਤਿਕਾਰ ਹੁੰਦਾ ਹੈ। ਸੇਵਾ ਜਿਹੜੀ ਹੈ ਅਤੇ ਉਹ ਬਿਨਾਂ ਚੜ੍ਹਨ ਤੋਂ ਹੋ ਨਹੀਂ ਸਕਦੀ, ਪੈਰ ਲਾਉਣੇ ਪੈਂਦੇ ਨੇ। ਸੇਵਾਦਾਰਾਂ ਨੂੰ ਮਾਫ ਹੈ, ਕਿਉਂਕਿ ਕੇਸੀ ਇਸ਼ਨਾਨ ਕਰਕੇ ਅਰਦਾਸ ਕਰਕੇ ਪ੍ਰਸ਼ਾਦ ਨੂੰ ਭੋਗ ਲਵਾ ਕੇ ਉਹ ਚੜ੍ਹਦਾ, ਇਸ ਲਈ ਇਹਦਾ ਕੋਈ ਗੁਨਾਹ ਜਾਂ ਪਾਪ ਨਹੀਂ। ਜੇ ਨਿਸ਼ਾਨ ਨੂੰ ਖੜਾ ਰੱਖਣ ਵਾਸਤੇ, ਇਹ ਸੇਵਾ ਵਾਸਤੇ ਤੂੰ ਮੇਰੀਆਂ ਬਾਹਾਂ ਵੱਢ ਦਿੱਤੀਆਂ, ਜੇ ਪੈਰਾਂ ਨਾਲ ਵੀ ਮੈਨੂੰ ਫੜਨਾ ਪਿਆ, ਮੈਂ ਪੈਰਾਂ ਨਾਲ ਫੜ ਕੇ ਇਹਨੂੰ ਖੜਾ ਰੱਖੂੰਗਾ। ਕਹਿੰਦੇ ਜੇ ਤੇਰੀਆਂ ਮੈਂ ਲੱਤਾਂ ਵੱਢਦੀਆਂ ਫਿਰ? ਕਹਿੰਦੇ ਉਹ ਵੇਖ ਉੱਪਰ ਬੈਠਾ ਨਾ ਕਲਗੀਆਂ ਵਾਲਾ, ਵਹਿੰਦਾ ਕਿ ਨਹੀਂ ਵਹਿੰਦਾ? ਇਹ ਨਿਸ਼ਾਨ ਉਹਦਾ ਹੈ, ਇਹ ਫਿਰ ਉਹਦੀ ਡਿਊਟੀ ਆ ਵੀ ਉਹਨੇ ਕਿਵੇਂ ਖੜਾ ਰੱਖਣਾ, ਉਹ ਆਪੇ ਫਿਰ ਇਹਨੂੰ ਖੜਾ ਰੱਖੂਗਾ। ਮੈਂ ਜਿੰਨਾ ਚਿਰ ਸਵਾਸ ਅਤੇ ਪ੍ਰਾਣ ਨੇ ਉਹਨਾਂ ਚਿਰ ਨਹੀਂ ਸੁੱਟਣਾ। ਤੋ ਐਸੀ ਇਹ ਗੁਰੂ ਮਹਾਰਾਜ ਜੀ ਦੀ ਤਾਕਤ ਹੈ। ਸਗਲ ਸਾਝ ਰੱਖਿਓ ਪਾਸਾਰਾ। ਜਿਹੜੇ ਗੁਰਮੁਖ ਨੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇਹ ਨਹੀਂ ਵੀ ਰੋਟੀਆਂ ਖਵਾ ਖਵਾ ਕੇ ਜਾਂ ਦੇਸੀ ਘਿਓ ਖਵਾ ਖਵਾ ਕੇ ਜਾਂ ਦੁੱਧ ਪਿਆ ਪਿਆ ਕੇ ਭਲਵਾਨ ਬਣਾਏ ਨੇ। 8 ਮਹੀਨੇ ਦਾ ਭੁੱਖੇ ਮਰਦੇ ਰਹੇ ਵਿਚਾਰੇ। 8 ਮਹੀਨਿਆਂ ਬਾਅਦ ਬਾਹਰ ਕੱਢਿਆ, ਅਤੇ ਗਾਂਹ ਕਿਹੜੇ ਪਰੌਂਠੇ ਸੀਗੇ, ਗਾਂਹ ਸਰਸਾ 'ਤੇ ਵੀ ਤਾਂ ਸ਼ਹੀਦੀਆਂ ਪਾਉਣੀਆਂ ਪਈਆਂ। ਫਿਰ ਪਾਣੀ 'ਚ ਡੁੱਬਿਆ, ਮਾਫ ਕਰਨਾ, ਡੁੱਬਦੇ ਡਿੱਗਦੇ ਢਹਿੰਦੇ ਮਸਾਂ ਹੀ ਚਮਕੌਰ ਪਹੁੰਚੇ ਸੀਗੇ। ਕਿੰਨੀ ਬੁਰੀ ਹਾਲਤ ਹੋਏਗੀ ਤੁਸੀਂ ਦੱਸੋ। ਪਰ ਸਿੰਘ, ਉਹਨਾਂ ਦੇ ਚਿਹਰੇ ਦਾ ਜਾਹੋ ਜਲਾਲ ਕੋਈ ਚੱਲ ਨਹੀਂ ਸੀ ਸਕਦਾ। ਮਹਾਰਾਜ ਖੁਦ ਆਪ ਵੀ ਕਿਹੜਾ ਸੁੱਤੇ ਹੋਣਗੇ ਜਾਂ ਉਹਨਾਂ ਛਕਿਆ ਛਕਾਇਆ, ਆਪ ਵੀ ਇਸੇ ਤਰ੍ਹਾਂ ਸੀਗੇ, ਨਿਹੰਗਾਂ ਦੇ ਨਾਲ ਨਿਹੰਗੀ ਜਥੇਦਾਰ। ਪਰ ਚੜ੍ਹਦੀ ਕਲਾ ਦੇ ਵਿੱਚ ਵੇਖੋ, ਸਮੇਂ ਦੀ ਸਰਕਾਰ ਨੇ ਮੱਥਾ ਲਾਇਆ, ਕਦੀ ਵੀ ਹਾਰ ਨਹੀਂ ਮੰਨੀ ਮਹਾਰਾਜ ਨੇ। ਉਹ ਕੋਈ ਦੇਸੀ ਘਿਓ ਦਾ ਜਾਂ ਦੁੱਧ ਦਾ ਬਲ ਨਹੀਂ ਸੀਗਾ, ਖਾਧੇ ਪਰੌਂਠਿਆਂ ਦਾ ਬਲ ਨਹੀਂ ਸੀਗਾ, ਉਹ ਧਰਮ ਦਾ ਬਲ ਸੀਗਾ, ਪੜ੍ਹੀ ਹੋਈ ਬਾਣੀ ਦਾ ਬਲ ਸੀਗਾ। ਸਾਹਿਬਜ਼ਾਦੇ ਵੇਖੋ ਭੁੱਖੇ ਰਹੇ, ਥੋੜ੍ਹਾ ਜਿਹਾ ਦੁੱਧ ਪਿਆਇਆ ਮੋਤੀ ਮਹਿਰੇ ਨੇ, ਉਹਦੇ ਵਜਾਨੇ 'ਚ ਉਹਨੂੰ ਸਜ਼ਾ ਮਿਲੀ। ਅਤੇ ਵੇਖੋ ਚੜ੍ਹਦੀ ਕਲਾ ਨਾਲ ਜਕਾਰੇ ਛੱਡਦੇ ਰਹੇ। ਬੱਚੇ ਨੂੰ ਭੁੱਖ ਲੱਗੀ ਹੋਵੇ, ਉਹ ਰੋਣਾ ਬੰਦ ਨਹੀਂ ਕਰਦਾ, ਹੈ ਤਾਂ ਛੋਟੇ ਜਿਹੇ ਸੀਗੇ, ਪਰ ਕੋਈ ਜਿੱਦ ਨਹੀਂ ਕੀਤੀ, ਧਰਮ ਕਮਾਇਆ। ਧਰਮ ਦੇ ਬਲ ਦੇ ਨਾਲ ਵੇਖੋ ਤੁਰਕ ਜਿਹੜੇ ਉਹ ਕੰਬਣ ਲਾ ਦਿੱਤੇ, ਉਹ ਘਬਰਾ ਗਏ। ਐਸੀ ਚੜ੍ਹਦੀ ਕਲਾ ਹੁੰਦੀ ਹੈ, ਕਿਉਂ ਧਰਮ ਦਾ ਅਤੇ ਨਾਮ ਦਾ ਬਲ। ਇਹ ਪਹਿਲਵਾਨਗੀ ਮਹਾਰਾਜ ਨੇ ਦਿੱਤੀ ਹੈ, ਜਿਹਦੇ ਵਿੱਚ ਮਨਮੁਖ ਨੂੰ ਪਛਾੜ ਕੇ ਸੁੱਟ ਦਿੰਦਾ। ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਅੰਤ ਨੂੰ ਜਿੱਤ ਜਿਹੜੀ ਹੈ ਧਰਮ ਦੀ ਹੁੰਦੀ ਹੈ। ਭਾਵੇਂ ਦੁਨੀਆ ਨੂੰ ਭੁਲੇਖਾ ਪੈ ਜਾਂਦਾ ਕਿ ਧਰਮ ਦੀ ਪਿੱਠ ਲੱਗ ਗਈ, ਧਰਮ ਡਿੱਗ ਪਿਆ, ਅਤੇ ਪਰ ਅੰਤ ਨੂੰ ਜਿੱਤ ਧਰਮ ਦੀ ਹੁੰਦੀ ਹੈ। ਇਹ ਮਹਾਰਾਜ ਨੇ ਸਾਰੇ ਜੀਵਨ ਦਾ ਉਹ ਸਾਰਾ ਸਾਜ ਕੇ ਰੱਖਣਾ ਕੀਤਾ। ਇਹ ਰਾਸ ਦੇ ਸਾਜ ਹਨ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਹੁ ਬਿਧ ਰੂਪ ਰੰਗ ਅਪਾਰਾ। ਬਹੁਤ ਤਰ੍ਹਾਂ ਦੇ ਆਕਾਰ, ਬੇਅੰਤ ਰੰਗਾਂ ਦੇ ਜੀਵ ਰਚੇ ਹਨ।
ਭੇਖੈ ਖੁਸ਼ੀ ਭੋਗਨ ਹੀ ਹਾਰਾ। ਸੰਪਰਦਾਈ ਪਾਠ ਹੀ ਹੈ, ਆਮ ਸਰੂਪਾਂ ਦੇ ਵਿੱਚ ਨਹੀਂ ਪਾਠ ਹੁੰਦਾ ਹੈ। ਹੀ ਨਿਸ਼ਚੈ ਕਰਕੇ ਭੋਗਣ ਹਾਰਾ। ਪਰਮੇਸ਼ਰ ਐਸੇ ਸੰਸਾਰ ਰੂਪ ਅਖਾੜੇ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ, ਜਾਂ ਦ੍ਰਿਸ਼ਟਾ ਰੂਪ ਹੋ ਕੇ ਸਭ ਕੁਝ ਵੇਖਦਾ, ਫਿਰ ਅੰਤ ਨੂੰ ਸੰਸਾਰ ਦਾ ਭੋਗ ਭਾਵ ਸਮਾਪਤੀ ਕਰਨ ਵਾਲਾ ਸੰਸਾਰੀ ਜੀਵਾਂ ਨੂੰ ਪਦਾਰ ਦਿੰਦਾ ਹੋਇਆ ਹਾਰਦਾ ਭਾਵ ਥੱਕਦਾ ਨਹੀਂ ਹੈ। ਸਭ ਰਸ ਲੈਤਾ ਬਸਤ ਨਿਰਾਰਾ। ਸਾਰੇ ਰਸਾਂ ਨੂੰ ਲੈਂਦਾ, ਪਰਮੇਸ਼ਰ ਫਿਰ ਵੀ ਨਿਰਲੇਪ ਅਸੰਗ ਹੋ ਕੇ ਵਸਦਾ ਹੈ। ਬਾਰਨ ਚਿਹਨ ਨਾਹੀ ਮੁਖ ਨਾਮ ਸਾਰਾ। ਵਰਨ ਚਾਰ ਵਰਨ, ਬ੍ਰਾਹਮਣ ਖੱਤਰੀ ਸ਼ੂਦਰ ਤੇ ਵੈਸ ਤੇ ਖੱਤਰੀ ਆਦਿਕ ਵਰਨ। ਚਿਹਨ ਜਾਂ ਕਾਲਾ ਚਿੱਟਾ ਆਦਿਕ ਰੰਗ ਤੇ ਚਿਹਨ ਚਿੰਨ੍ਹ ਨਿਸ਼ਾਨ। ਤੇ ਜਿਹੜਾ ਮਹਾਰਾਜ ਉਹਦੇ 'ਚ ਨਾ ਤਾਂ ਬ੍ਰਾਹਮਣ ਖੱਤਰੀ ਸ਼ੂਦਰ ਵੈਸ ਦਾ ਭੇਦ, ਮਹਾਰਾਜ ਨਾ ਤਾਂ ਬ੍ਰਾਹਮਣ ਹੈ, ਨਾ ਖੱਤਰੀ, ਨਾ ਸ਼ੂਦਰ, ਨਾ ਵੈਸ਼, ਕੋਈ ਉਹਦਾ ਰੰਗ ਨਹੀਂ ਹੈ ਨਿਰਗੁਣ ਰੂਪ ਦੇ ਵਿੱਚ। ਤੇ ਮੁਖ ਨਾ ਮਾਸਰ, ਨਾ ਹੀ ਉਹਦਾ ਮੁਖ ਹੈ ਤੇ ਨਾ ਹੀ ਮੁਖ ਤੇ ਦਾੜਾ ਹੈ, ਜਾਂ ਮਾਸ ਦਾ ਆਲਾ ਭਾਵ ਘਰ, ਅਰਥਾਤ ਉਹਦਾ ਸਰੀਰ ਵੀ ਨਹੀਂ ਹੈ। ਰਸਾਵਲ ਛੰਦ ਤੋਂ ਪ੍ਰਸਾਦ। ਇਹਦੇ ਵਿੱਚ ਮਹਾਰਾਜ ਨੇ ਵਿਚਾਰਿਆ ਜਾਪ ਸਾਹਿਬ ਦੇ ਵਿੱਚ ਨਾ ਤਤ, ਨਾ ਮਤ, ਨਾ ਜਤ, ਨਾ ਪਤ, ਨਾ ਕੋਈ ਪਿਤਾ ਹੈ, ਨਾ ਮਾਤਾ ਹੈ, ਤੇ ਨਾ ਜਾਤ ਹੈ ਤੇ ਨਾ ਪਾਤ ਹੈ। ਰੂਪ ਰੰਗ ਜਾਂ ਰੇਖ ਵੇਖ ਉਹ ਕਹਿ ਨਾ ਸਕਤ ਹੈ। ਕੋਈ ਉਹਦਾ ਰੂਪ ਰੰਗ ਰੇਖ ਵੇਖ ਕੋਈ ਨਹੀਂ ਕਹਿ ਸਕਦਾ। ਰੂਪ ਰੰਗ ਅਰ ਰੇਖ ਵੇਖ ਤ੍ਰਿਹੁ ਗੁਣ ਦੇ ਪ੍ਰਭ ਹਨ, ਤਿਸੇ ਬੁਝਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ। ਇਹ ਸੁਖਮਨੀ ਸਾਹਿਬ ਦੇ ਵਿੱਚ 15ਵੀਂ ਅਸ਼ਟਪਦੀ ਦਾ ਸ਼ਲੋਕ ਹੈ। ਪਾਤਸ਼ਾਹ ਜੀ ਕਥਨ ਕਰਦੇ ਨੇ, ਕਹਿਨ ਨ ਜਾਈ ਖੇਲ ਤੁਹਾਰਾ। ਇਹ ਪਰਮੇਸ਼ਰ ਹੈ, ਇਹ ਜਿਹੜਾ ਤੇਰਾ ਸੰਸਾਰ ਹੈ ਇੱਕ ਖੇਡ ਦੀ ਤਰ੍ਹਾਂ ਹੈ। ਇਹਦੇ ਬਾਰੇ ਜਿਹੜੇ ਤੇਰੇ ਕੌਤਕ ਨੇ ਉਹ ਕਿਹਾ ਨਹੀਂ ਜਾ ਸਕਦਾ। ਖਿਨ ਮੈਂ ਅਵਰ, ਖਿਨੇ ਮੈਂ ਅਵਰਾ। ਇੱਕ ਖਿਣ ਦੇ ਵਿੱਚ ਕੁਝ ਹੋਰ ਹੁੰਦਾ ਹੈ, ਦੂਜੀ ਖਿਣ ਦੇ ਵਿੱਚ ਕੁਝ ਹੋਰ ਹੀ ਕਰ ਦਿੰਦਾ ਹੈ। ਅਮੀਰਾਂ ਨੂੰ ਗਰੀਬ, ਗਰੀਬਾਂ ਨੂੰ ਅਮੀਰ ਬਣਾ ਦਿੰਦਾ, ਜਿੱਤਿਆਂ ਨੂੰ ਹਰਾ ਦਿੰਦਾ, ਹਾਰਦਿਆਂ ਨੂੰ ਜਿਤਾ ਦਿੰਦਾ ਹੈ। ਗਰੀਬਾਂ ਨੂੰ ਕੰਗਾਲ, ਕੰਗਾਲਾਂ ਨੂੰ ਰਾਜੇ ਬਣਾ ਦਿੰਦਾ ਹੈ। ਰਾਜ ਤੇ ਕੀਟ, ਕੀਟ ਤੇ ਸੁਰਪਤ ਕਰ ਦੋ ਜਠਰ ਕੋ ਭਰਤੇ। ਖਿਨ ਮੈਂ ਅਵਰ, ਖਿਨ ਮੈਂ ਅਵਰਾ ਅਚਰਜ ਚਲਤ ਤੁਮਾਰੇ। ਇਹ ਮਹਾਰਾਜ ਤੇਰੇ ਅਚਰਜ ਕੌਤਕ, ਤੇਰੀ ਖੇਡ ਬੜੀ ਨਿਰਾਲੀ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜਿਹੜੇ ਧਰਤੀ ਤੇ ਉਹਨਾਂ ਨੂੰ ਆਕਾਸ਼ 'ਚ ਚੜਾ ਦੇਣਾ, ਆਕਾਸ਼ 'ਚ ਚੜਿਆਂ ਨੂੰ ਥੱਲੇ ਡੇਗ ਦਿੰਦਾ। ਇਹ ਤੇਰੀ ਕੁਦਰਤ ਹੈ। ਤੂੰ ਇੱਥੋਂ ਤੱਕ ਕਰ ਸਕਦਾ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਬੰਦੇ ਤੋਂ ਜਨਾਨੀ ਤੇ ਜਨਾਨੀ ਤੋਂ ਬੰਦਾ ਵੀ ਬਣਾ ਸਕਦਾ ਤੂੰ। ਇਹ ਵੀ ਤੇਰੀ ਤਾਕਤ ਹੈ। ਮਹਾਰਾਜ ਨੇ ਪ੍ਰਤੱਖ ਬੀਬੀਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਦਸਤਾਰਾਂ ਸਜਾ ਕੇ, ਦਸਤਾਰ ਤਾਂ ਬੰਦਾ ਸਜਾਉਂਦਾ ਹੈ, ਪਰ ਬੀਬੀਆਂ ਨੂੰ ਸਜਾ ਕੇ ਉਹਨਾਂ ਨੂੰ ਪ੍ਰਤੱਖ ਮਰਦ ਬਣਾ ਦਿੱਤਾ। ਮਾਤਾ ਭਾਗੋ ਨੇ ਵੇਖੋ ਮੁਕਤਸਰ ਦਾ ਜੰਗ ਲੜਿਆ ਮੁਸਲਮਾਨਾਂ ਦੇ ਨਾਲ, ਜਿਨ੍ਹਾਂ ਦੇ ਨਾਂ ਤੋਂ ਦੁਨੀਆ ਕੰਬਦੀ ਸੀਗੀ। ਕੱਲਾ ਕੱਲਾ ਬੱਕਰਾ ਖਾਣ ਵਾਲੇ ਉਹ ਬੀਬੀ ਆਢਾ ਲਾ ਕੇ ਬਹਿ ਗਏ। ਮਾਝੇ ਦੀ ਜੱਟੀ ਝਬਾਲ ਦੀ ਰਹਿਣ ਵਾਲੀ, ਉਹਦੇ ਘਰ ਕੋਈ ਔਲਾਦ ਨਹੀਂ ਸੀ, ਮੁੰਡਾ ਮੰਗਣ ਆਈ ਵਿਚਾਰੀ। ਸੋਚਿਆ ਵੀ ਸੰਗਤ ਜਾ ਰਹੀ ਹੈ, ਚਲੋ ਦਰਸ਼ਨ ਕਰਨ ਚੱਲੀਏ। ਅੱਗੇ ਵੇਖਿਆ ਵੀ ਬਦਾਵਾ ਲਿਖ ਕੇ ਦੇ ਦਿੱਤਾ ਪਿੰਡ ਦੀਆਂ ਪੰਚਾਇਤਾਂ ਨੇ, ਭਰਾਵਾਂ ਦੇ ਨਾਲ ਹੋਤ ਰਹੀ। ਉਹਦੀ ਜਿਹੜੀ ਬੰਦੂਕ ਹੈ, ਮੇਰੇ ਵਰਗਾ ਉਹਨੂੰ ਚੁੱਕ ਵੀ ਨਹੀਂ ਸਕਦਾ। ਹਜ਼ੂਰ ਸਾਹਿਬ ਅਜੇ ਵੀ ਯਾਦਗਾਰ ਹੈ। ਉੱਚੀ ਲੰਮੀ ਜਵਾਨ, ਤੁਰਕਾਂ ਨੂੰ ਫੜ ਫੜ ਪੂਛਾਂ ਤੋਂ ਘੁਮਾ ਘੁਮਾ ਸੁੱਟਿਆ ਅਤੇ ਫਿਰ ਵੀ ਜਿਉਂਦੀ ਰਹੀ। ਕਲਗੀਧਰ ਨੇ ਉਹਦੇ ਫੱਟਾਂ ਨੂੰ ਰਾਜ਼ੀ ਕਰਕੇ ਆਪ ਦੇ ਨਾਲ ਲੈ ਲਿਆ ਅਤੇ ਹਜ਼ੂਰ ਸਾਹਿਬ ਤੱਕ ਪਹੁੰਚੀ। ਆਪ ਦੀ ਆਈ ਮੌਤੇ ਉਮਰ ਭੋਗ ਕੇ ਗੁਰਦੁਆਰਾ ਨਾਨਕ ਚੀਰਾ ਦੇ ਨਜ਼ਦੀਕ ਉਹਦਾ ਸਥਾਨ, ਅੰਤਮ ਸਥਾਨ। ਭਜਨ ਬੰਦਗੀ ਕਰਦੀ, ਧਰਮ ਦਾ ਪ੍ਰਚਾਰ ਕਰਦੀ, ਉੱਥੇ ਚੜ੍ਹਾਈ ਕੀਤੀ। ਇਉਂ ਵੇਖੋ ਮਾਤਾ ਭਾਗੋ ਨੂੰ ਬੰਦਾ ਬਣਾਤਾ।
ਜਿਹੜੇ ਬੰਦੇ ਸੀਗੇ ਭੀਮ ਚੰਦ ਵਰਗੇ, ਅਤੇ ਔਰੰਗਜ਼ੇਬ ਦਾ ਬੜਾ ਬੁਰਾ ਹਾਲ ਕਰ ਦਿੱਤਾ। ਕਿੱਡਾ ਵੱਡਾ ਆਪਣੇ ਆਪ ਨੂੰ ਰਾਜਾ ਸੂਰਮਾ ਮੰਨਦਾ ਸੀਗਾ, ਜਫਰਨਾਮਾ ਪੜ੍ਹ ਕੇ ਹੀ ਮਰ ਗਿਆ ਉਹ ਸੁਣ ਕੇ। ਇੰਨਾ ਕਮਜ਼ੋਰ ਬਣਾ ਦਿੱਤਾ ਸਾਹਿਬਾਨ ਨੇ। ਸੋ ਇਸ ਤਰੀਕੇ ਦੇ ਨਾਲ ਇਹ ਤੇਰਾ ਖੇਡ ਹੈ ਮਹਾਰਾਜ। ਨਾਨਕ ਕਰੇ ਸੰਤ ਚਰਨਾਰਾ। ਸਤਿਗੁਰੂ ਮਹਾਰਾਜ ਕਥਨ ਕਰਦੇ, ਅਸੀਂ ਤਾਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਆ। ਸੰਤਾ ਸੰਗਤ ਪਾਈਐ, ਜਿਤ ਜਮ ਕੇ ਪੰਥ ਨਾ ਜਾਈਐ। ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨਾ ਲਾਗੇ ਗਾਲ ਜੀਓ। ਜਿਨ੍ਹਾਂ ਦੀ ਸੰਗਤ ਦੇ ਵਿੱਚੋਂ ਇਹ ਸਾਰਾ ਧਰਮ ਦਾ ਬਲ ਪ੍ਰਾਪਤ ਹੁੰਦਾ ਹੈ, ਜਕਾਰੇ ਛੱਡਣ ਦੀ ਹਿੰਮਤ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਨੂੰ ਜਦ ਪੰਜ ਪਿਆਰੇ ਨੇ ਕਿਹਾ ਕਿ ਮਹਾਰਾਜ ਤੁਸੀਂ ਨਿਕਲਣਾ ਹੈ, ਅਤੇ ਨਿਕਲਣਾ ਵੀ ਅੱਧੀ ਰਾਤ ਨੂੰ ਹਨੇਰੇ ਵਿੱਚ ਹੈ, ਅਤੇ ਮਹਾਰਾਜ ਕਹਿੰਦੇ ਮੈਂ ਚੋਰੀ ਜਾਊਂਗਾ। ਇੱਕ ਮੇਰੀ ਬੇਨਤੀ ਮੰਨੋ, ਮੈਂ ਚੋਰੀ ਨਹੀਂ ਜਾ ਸਕਦਾ, ਅਤੇ ਰੌਲਾ ਪਾ ਕੇ ਜਾਊਂਗਾ, ਜਕਾਰੇ ਛੱਡਣ ਦੀ ਆਗਿਆ ਦਿਓ। ਜਦ ਸਾਹਿਬਜ਼ਾਦੇ ਸ਼ਹੀਦ ਹੋਏ ਉਦੋਂ ਵੀ ਮਹਾਰਾਜ ਨੇ ਜਕਾਰੇ ਛੱਡੇ ਸੀਗੇ, ਅਤੇ ਨਿਕਲਣ ਲੱਗਿਆਂ ਵੀ ਗੁਰੂ ਸਾਹਿਬ ਨੇ ਤਾੜੀ ਮਾਰੀ। ਗੁਰਦੁਆਰਾ ਤਾੜੀ ਸਾਹਿਬ ਹੈ, ਅਤੇ ਉੱਚੀ ਸਾਰੀ ਬੋਲ ਕੇ ਆਖਿਆ ਵੀ ਹਿੰਦ ਦਾ ਪੀਰ ਜਾ ਰਿਹਾ ਜੇ ਤਾਕਤ ਹੈ ਤਾਂ ਫੜ ਲਓ। ਨਾਲ ਤੀਰ ਚਲਾ ਕੇ ਉਹਨਾਂ ਦੀਆਂ 10,000 ਮਸਾਲਾਂ ਬੁਝਾ ਦਿੱਤੀਆਂ। ਆਪਸ 'ਚ ਹੀ ਲੜ ਗਿਓ, ਅੱਧੀ ਫੌਜ ਉਹੀ ਮਰ ਮੁੱਕ ਗਈ। ਇੰਝ ਕਲਗੀਧਰ ਦੀ ਡਿਕਸ਼ਨਰੀ ਕੋਸ਼ ਦੇ ਵਿੱਚ ਕਦੀ ਵੀ ਹਾਰ ਲਫ਼ਜ਼ ਜਾਂ ਚੋਰੀ ਲਫ਼ਜ਼ ਨਹੀਂ ਲਿਖਿਆ। ਹਮੇਸ਼ਾ ਹੀ ਜਕਾਰੇ ਛੱਡਦੇ ਰਹੇ, ਮਰਦੇ ਦਮ ਤੱਕ ਗੁਰੂ ਸਾਹਿਬ ਜੀ ਚੜ੍ਹਦੀ ਕਲਾ 'ਚ ਰਹੇ। ਇਹ ਸੰਗਤ ਦੇ ਵਿੱਚੋਂ ਬਲ ਪ੍ਰਾਪਤ ਹੁੰਦਾ ਹੈ। ਮਹਾਰਾਜ ਐਸੇ ਸੰਤਾਂ ਦੀ ਚਰਨਾਂ ਦੀ ਆਪਾਂ ਧੂੜੀ ਮੰਗਦੇ ਹਾਂ। ਸੋ ਜਿਹੜੇ ਤੇਰੇ ਨਾਮ ਜਪਣ ਵਾਲੇ ਨੇ, ਤੇਰੀ ਬਾਣੀ ਪੜ੍ਹਨ ਵਾਲੇ ਨੇ, ਤੇਰੇ ਸੰਗਤ ਦੀ ਸੇਵਾ ਕਰਨ ਵਾਲੇ ਹਨ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਸਾਰਿਆਂ ਨੇ ਮੰਨਿਆ ਹੈ। ਐਸੀ ਗੁਰਸਿੱਖਾਂ ਤੋਂ ਬਲਿਹਾਰ ਜਾਈਏ, ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਰਥ ਬਖਸ਼ਣੇ। ਕਹਿਣਾ ਨਾ ਜਾਏ ਖੇਲ ਤੁਹਾਰਾ, ਨਾਨਕ ਕਰੇ ਸੰਤ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।